ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਜਸ ਪੰਜਾਬੀ ਟੀਵੀ। ਮੈਂ ਹਾਂ ਅਮਨਦੀਪ ਸਿੰਘ ਝੰਡ। ਸਵਾਗਤ ਹੈ ਤੁਹਾਡਾ ਪ੍ਰੋਗਰਾਮ ਓਪਨ ਪਲੇਟਫਾਰਮ ਦੇ ਵਿੱਚ। ਦਰਸ਼ਕੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚਰਚਾ ਕਰਦੇ ਹਾਂ ਪੰਜਾਬ ਦੇ ਜਿੰਨੇ ਵੀ ਸਰੋਕਾਰ ਹੁੰਦੇ ਨੇ, ਪੰਜਾਬ ਦੇ ਮੁੱਦੇ ਹੁੰਦੇ ਨੇ, ਉਹਦੇ ਬਾਬਤ ਅਸੀਂ ਗੱਲਬਾਤ ਕਰਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਚੀਜ਼ਾਂ ਦਾ ਹੱਲ ਲੱਭਿਆ ਜਾਵੇ, ਚਿੰਤਾ ਪ੍ਰਗਟ ਕੀਤੀ ਜਾਵੇ ਜਾਂ ਫਿਰ ਸਰਕਾਰ ਤੱਕ ਉਹਦੇ ਬਾਬਤ ਆਵਾਜ਼ ਪਹੁੰਚਾਈ ਜਾਵੇ। ਔਰ ਅੱਜ ਜਿਸ ਦੇ ਬਾਬਤ ਅਸੀਂ ਗੱਲ ਕਰਾਂਗੇ ਉਹ ਸਾਡਾ ਮੁੱਦਾ ਰਹੇਗਾ ਕਿਸਾਨੀ ਦਾ, ਕਿਉਂਕਿ ਕਿਸਾਨੀ ਪੰਜਾਬ ਦੀ ਉਹ ਰੀੜ੍ਹ ਦੀ ਹੱਡੀ ਹੈ। ਜੇਕਰ ਇਸ ਨੂੰ ਨਹੀਂ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਦਾ ਪੰਜਾਬ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਸਾਨੂੰ ਵੱਖ-ਵੱਖ ਉਪਕਰਨਾਂ ਦੇ ਤਹਿਤ ਖੇਤੀ ਜੋ ਹੈ, ਖੇਤੀ ਦੇ ਨਵੇਂ ਉਪਕਰਨ ਲੱਭਣੇ ਪੈਣਗੇ, ਤਾਂ ਹੀ ਸਾਡੇ ਪੰਜਾਬ ਦੀ ਜਿਹੜੀ ਖੇਤੀ ਹੈ ਜਾਂ ਖੇਤੀ ਪ੍ਰਧਾਨ ਸੂਬਾ ਸਾਡਾ ਭਾਰਤ ਦੇਸ਼ ਮਹਾਨ ਹੈ, ਉਹਦਾ ਜਿਹੜਾ ਭਵਿੱਖ ਉਜਵਲ ਹੋ ਸਕਦਾ ਹੈ। ਔਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੌਜੂਦ ਰਹਿਣਗੇ ਇੱਕ ਬਹੁਤ ਹੀ ਸਫਲ ਕਿਸਾਨ ਨੇ, ਸਟੀਵੀਆ ਜਿਸ ਨੂੰ ਆਪਾਂ ਮਿੱਠੀ ਤੁਲਸੀ ਕਹਿੰਦੇ ਹਾਂ, ਉਹਦੀ ਖੇਤੀ ਕਰਦੇ ਨੇ। ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਔਰ ਇਸ ਫਸਲ ਦਾ ਲਾਹਾ ਲੈ ਕੇ ਕਿਸਾਨ ਕਿਸ ਤਰ੍ਹਾਂ ਖੁਸ਼ਹਾਲ ਹੋ ਸਕਦਾ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਮੇਰੇ ਨਾਲ ਮੌਜੂਦ ਨੇ ਰਾਜਪਾਲ ਸਿੰਘ ਗਾਂਧੀ। ਗਾਂਧੀ ਸਾਹਿਬ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਬਹੁਤ ਬਹੁਤ ਤੁਹਾਡਾ ਜੀ। ਔਰ ਗਾਂਧੀ ਸਾਹਿਬ, ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਕਿਸਾਨ ਤੇ ਕਿਸਾਨੀ ਇਹ ਪੰਜਾਬ ਦੀ ਉਹ ਰੀੜ੍ਹ ਦੀ ਹੱਡੀ ਹੈ। ਜੇਕਰ ਇਹਨੂੰ ਠੀਕ ਢੰਗ ਦੇ ਨਾਲ ਨਾ ਕੀਤਾ ਜਾਵੇ ਤਾਂ ਫਿਰ ਬਹੁਤ ਦਿੱਕਤਾਂ ਦਾ ਸਾਹਮਣਾ ਸਾਨੂੰ ਆਰਥਿਕ ਤੌਰ 'ਤੇ ਕਰਨਾ ਪੈ ਸਕਦਾ ਹੈ। ਅੱਜ ਸਾਨੂੰ ਰਵਾਇਤੀ ਫਸਲਾਂ ਦੇ ਵਿੱਚ ਕਿਸਾਨਾਂ ਨੂੰ ਕਣਕ ਝੋਨੇ ਦੇ ਵਿੱਚ ਹੀ ਉਲਝਾ ਕੇ ਰੱਖ ਦਿੱਤਾ ਗਿਆ। ਫਰਟੀਲਾਈਜ਼ਰ, ਰੇਹਾਂ, ਸਪਰੇਹਾਂ ਸਾਡੇ ਪੰਜਾਬ ਦੀ ਦੁਰਦਸ਼ਾ ਹੋਈ ਪਈ ਹੈ ਔਰ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਨਾਕਾਮਯਾਬ ਰਹੀਆਂ ਨੇ ਕਿਸਾਨਾਂ ਨੂੰ ਇਹਨਾਂ ਰਵਾਇਤੀ ਫਸਲਾਂ ਦੇ ਵਿੱਚੋਂ ਕੱਢਣ ਦੇ ਲਈ। ਪਰ ਤੁਸੀਂ ਇੱਕ ਬਹੁਤ ਹੀ ਕਿਸਾਨਾਂ ਦੇ ਲਈ ਸੇਧ ਵੀ ਲੈ ਕੇ ਆਏ ਹੋ, ਇੱਕ ਵਧੀਆ ਕਿਸਾਨ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਏ ਹੋ। ਸਭ ਤੋਂ ਪਹਿਲਾਂ ਮੈਨੂੰ ਦੱਸਿਓ ਕਿ ਤੁਸੀਂ ਮਿੱਠੀ ਤੁਲਸੀ ਲਗਾਉਣ ਦੀ ਸ਼ੁਰੂਆਤ ਕਦੋਂ ਕੀਤੀ ਔਰ ਆਈਡੀਆ ਕਿਸ ਤਰ੍ਹਾਂ ਆਇਆ ਤੁਹਾਨੂੰ? ਮੈਂ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਨਾਲ ਇਹ ਸਾਂਝਾ ਕਰਨਾ ਚਾਹਾਂਗਾ ਵੀ ਮੈਂ ਵਕਾਲਤ ਦੇ ਤੌਰ ਤੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ 1984 ਦੇ ਵਿੱਚ। ਅੱਛਾ ਜੀ। ਬਟ ਕੁਝ ਸਮਾਂ ਬਾਅਦ ਮੈਂ ਸੰਨ 2000 ਦੇ ਵਿੱਚ ਮੈਂ ਕੁਝ ਜ਼ਮੀਨ ਖਰੀਦ ਕੇ ਮੈਂ ਕਿਸਾਨ ਬਣਿਆ ਔਰ ਮੈਂ ਜਦੋਂ ਇਹ ਸਰਚ ਵੀ ਕੀਤਾ ਵੀ ਕਿਸਾਨੀ ਕਿਉਂਕਿ ਇੱਕ ਐਸਾ ਧੰਦਾ ਬਣ ਚੁੱਕਿਆ ਜਿਹੜਾ ਕਿ ਲਾਹੇਵੰਦ ਨਹੀਂ ਹੈ ਧੰਦਾ, ਔਰ ਇਸੇ ਕਰਕੇ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਇਸ ਧੰਦੇ ਨਾਲ ਨਹੀਂ ਜੁੜ ਰਹੀ ਜੀ। ਕਿਉਂਕਿ ਉਹਦਾ ਕਾਰਨ ਉਹਦਾ ਇੱਕੋ ਹੀ ਹੈ ਪਿੱਛੇ ਵੀ, ਕਿਉਂਕਿ ਇਹਦੀ ਇਕਨੋਮਿਕਸ ਹੈ ਜਿਹੜੀ ਬਾਕੀ ਕਿਸੇ ਵੀ ਕੰਮ ਨਾਲੋਂ ਬਹੁਤ ਹੀ ਵਧੀਆ ਨਹੀਂ ਹੈ। ਕੋਈ ਇੰਡਸਟਰੀ ਲਗਾਉਣ ਨੂੰ ਲੋਕੀ ਤਿਆਰ ਹੋ ਜਾਂਦੇ ਆ, ਕੋਈ ਵੀ ਦੁਕਾਨ ਖੋਲ੍ਹਣ ਨੂੰ ਤਿਆਰ ਹੋ ਜਾਏਗਾ, ਬਿਜ਼ਨਸ ਕਰਨ ਲਈ ਤਿਆਰ ਹੋ ਜਾਏਗਾ, ਪਰ ਮੈਂ ਬਹੁਤ ਘੱਟ ਹੀ ਇਨਸਾਨ ਦੇਖੇ ਹਨ ਜੋ ਇਹ ਕਹਿ ਕੇ ਵੀ ਜ਼ਮੀਨ ਖਰੀਦ ਕੇ ਕੋਈ ਕਿਸਾਨ ਬਣਨਾ ਇਹ ਮਤਲਬ ਇੱਕ ਬਹੁਤ ਹੀ ਚੈਲੰਜ ਵਾਲਾ ਕੰਮ ਆ। ਰੀਜ਼ਨ ਉਹਦਾ ਇਹੀ ਹੈ ਵੀ ਕਿ ਇਕਨੋਮਿਕਸ ਵਧੀਆ ਨਹੀਂ ਸੀ। ਜਿਸ ਤਰ੍ਹਾਂ ਤੁਸੀਂ ਭਲੀਭਾਂਤੀ ਕਿਹਾ ਵੀ ਪੰਜਾਬ ਦੇ ਵਿੱਚ ਕਿਉਂਕਿ ਇੱਕ ਖੇਤੀ ਪ੍ਰਧਾਨ ਸੂਬਾ ਹੈ ਔਰ ਇਹਦੇ ਵਿੱਚ ਹਰ ਇੱਕ ਫਸਲ, ਮੇਰਾ ਤਜਰਬਾ ਇਹ ਹੈ ਵੀ ਤਕਰੀਬਨ ਇਹਦਾ ਕਲਾਈਮੇਟ ਇੰਨਾ ਵਧੀਆ ਹੈ, ਪਾਣੀ ਇੰਨਾ ਵਧੀਆ ਹੈ, ਸਾਫ਼ ਸੁਥਰਾ, ਹਰ ਚੀਜ਼ ਜਿਹੜੀ ਹੈ, ਸੂਰਜ ਦੀ ਰੋਸ਼ਨੀ ਪੂਰੀ ਹੈ ਜੋ ਫਸਲਾਂ ਨੂੰ ਚਾਹੀਦੀ ਹੈ। ਇਹਦੇ ਵਿੱਚ ਤਕਰੀਬਨ ਦੁਨੀਆ ਭਰ ਦੀ ਕੋਈ ਵੀ ਫਸਲ ਉਗਾਈ ਜਾ ਸਕਦੀ ਹੈ ਜੀ। ਪਰ ਸਿਰਫ ਇੱਕ ਹੈ ਵੀ ਕਿਉਂਕਿ ਕੋਈ ਸਰਕਾਰਾਂ ਦਾ ਇਹਦੇ ਵਿੱਚ ਪਾਲਿਸੀ ਮੈਟਰ ਬਹੁਤ ਹੀ ਇੰਪੋਰਟੈਂਟ ਹੈ। ਕਣਕ ਝੋਨਾ ਇੱਕ ਐਸਾ ਸਾਡੇ ਵਾਸਤੇ ਇੱਕ ਠੀਕ ਹੈ, ਪੰਜਾਬ ਨੇ ਗ੍ਰੀਨ ਰੈਵੋਲੂਸ਼ਨ ਲਿਆਂਦਾ, ਪੰਜਾਬ ਨੇ ਖੇਤੀਬਾੜੀ 'ਚ ਬਹੁਤ ਰੈਵੋਲੂਸ਼ਨ ਲਿਆਂਦੇ ਨੇ, ਚਾਹੇ ਉਹ ਗ੍ਰੀਨ ਰੈਵੋਲੂਸ਼ਨ ਹੈ, ਵਾਈਟ ਰੈਵੋਲੂਸ਼ਨ ਹੈ, ਦੁੱਧ ਦੇ ਵਿੱਚ ਹਾਰਟੀਕਲਚਰ ਦਾ ਗੋਲਡਨ ਰੈਵੋਲੂਸ਼ਨ ਹੈ, ਮਤਲਬ ਅਲੱਗ-ਅਲੱਗ ਰੈਵੋਲੂਸ਼ਨ ਪੰਜਾਬ ਦੇ ਵਿੱਚ ਆਏ। ਬਟ ਇੱਕ ਮੇਨ ਫੋਕਸ ਜਿਹੜਾ ਹੈ ਇੱਕ ਰਵਾਇਤੀ ਫਸਲ ਤੇ ਰਹਿ ਗਿਆ, ਕਣਕ ਔਰ ਝੋਨਾ। ਉਹਦਾ ਕਾਰਨ ਇੱਕੋ ਹੀ ਸੀ ਵੀ ਇਹਦੇ ਵਿੱਚ MSP ਜਿਹੜੀ ਹੈ ਫਾਰਮਰਸ ਨੂੰ ਪ੍ਰੋਵਾਈਡ ਕੀਤੀ ਗਈ ਜੀ। ਉਸ MSP ਨੂੰ ਮੱਦੇਨਜ਼ਰ ਰੱਖ ਕੇ, ਕਿਉਂਕਿ ਕਿਸਾਨ, ਪੰਜਾਬ ਦਾ ਕਿਸਾਨ ਇੰਨਾ ਕਹਿ ਲਓ ਵੀ ਉਦਮੀ ਹੈ ਵੀ ਉਹ ਕੁਝ ਵੀ ਉਗਾ ਸਕਦਾ ਹੈ। ਬਿਲਕੁਲ। ਇਸ ਤਰ੍ਹਾਂ ਦੇ ਵੀ ਮੈਂ ਕਿਸਾਨ ਦੇਖੇ ਹਨ ਜਿਹੜੇ ਈਵਨ ਜਿੱਦਾਂ ਕੇਸਰ ਦੀ ਖੇਤੀ ਦੀ ਗੱਲ ਕਰਦੇ ਅਸੀਂ, ਕੇਸਰ ਸਿਰਫ ਜੰਮੂ ਕਸ਼ਮੀਰ 'ਚ ਹੁੰਦਾ ਹੈ ਔਰ ਇੱਥੇ ਆਰਟੀਫਿਸ਼ਲੀ ਉਹ ਟੈਂਪਰੇਚਰ ਕ੍ਰੀਏਟ ਕਰਕੇ ਪੰਜਾਬ ਦੇ ਕਿਸਾਨ 'ਚ ਇੰਨੀ ਕਹਿ ਲਓ ਵੀ क्षमता ਹੈ ਵੀ ਕੇਸਰ ਚਾਹੇ ਤਾਂ ਕੇਸਰ ਵੀ ਉਗਾ ਸਕਦਾ ਹੈ ਪੋਲੀ ਹਾਊਸ ਦੇ ਵਿੱਚ ਟੈਂਪਰੇਚਰ ਕੰਟਰੋਲ ਕਰਕੇ। ਤੋਂ ਕਹਿਣ ਤੋਂ ਭਾਵ ਇਹ ਹੈ ਵੀ ਅਸਲ ਮੇਨ ਚੀਜ਼ ਜਿਹੜੀ ਹੈ ਉਹ ਮਾਰਕੀਟਿੰਗ ਹੈ ਕਿਸੇ ਵੀ ਕੰਮ ਦੇ ਵਿੱਚ। ਬਿਲਕੁਲ। ਮਤਲਬ ਪੈਦਾ ਕਰਨਾ ਔਰ ਉਹਨੂੰ ਅੱਛੇ ਮੁੱਲ ਤੇ ਵੇਚਣਾ, ਦੋ ਚੀਜ਼ਾਂ ਜਿਹੜੀਆਂ ਜਦ ਤੱਕ ਨਹੀਂ ਜੁੜਦੀਆਂ ਉਨੀ ਦੇਰ ਤੱਕ ਕੋਈ ਵੀ ਬਿਜ਼ਨਸ, ਕੋਈ ਵੀ ਕਿਸਾਨੀ ਕਾਮਯਾਬ ਨਹੀਂ ਹੋ ਸਕਦੀ ਜੀ। ਸੋ ਇਸ ਜਦੋਂ ਮੈਂ ਆਪਣੇ
ਫਾਰਮ ਦੀ ਜ਼ਮੀਨ ਖਰੀਦੀ ਔਰ ਮੈਂ ਅਲੱਗ-ਅਲੱਗ ਫਸਲਾਂ ਟਰਾਈ ਕੀਤੀਆਂ, ਜਿਹਦੇ 'ਚ ਮੈਂ ਫਲੋਰੀਕਲਚਰ ਵੀ ਕੀਤਾ, ਈਵਨ ਪੋਟੈਟੋ ਵੀ ਕੀਤੇ, ਮਤਲਬ ਕਾਫੀ ਫਸਲਾਂ ਦਾ ਮੈਂ ਕੋਸ਼ਿਸ਼ ਕੀਤੀ ਸਵਾਏ ਕਣਕ ਝੋਨੇ ਤੋਂ। ਇਹ ਮੈਂ ਸਿਰਫ ਕਣਕ ਝੋਨਾ ਨਹੀਂ ਕੀਤਾ ਕਿਉਂਕਿ ਇਹ ਤਾਂ ਬਹੁਤ ਕਿਸਾਨ ਕਰ ਰਹੇ। ਠੀਕ ਹੈ। ਪਰ ਆਖਰ ਤੇ ਮੈਂ ਫਿਰ ਜਦੋਂ ਸਾਰਾ ਜਮ੍ਹਾਂ ਘਟਾ ਕਰਕੇ ਦੇਖਿਆ ਤਾਂ ਮੈਨੂੰ ਮੈਡੀਸਨਲ ਪਲਾਂਟ ਦੇ ਵਿੱਚ ਲੱਗਿਆ ਵੀ ਪੰਜਾਬ ਦੇ ਵਿੱਚ ਮੈਡੀਸਨਲ ਪਲਾਂਟ ਦੀ ਖੇਤੀ ਨਾ ਮਾਤਰ ਹੈ, 1% ਵੀ ਨਹੀਂ ਹੈ ਟੋਟਲ ਲੈਂਡ ਦੇ ਵਿੱਚ। ਜੀ ਜੇ ਪੰਜਾਬ ਦੇ ਵਿੱਚ 35 ਲੱਖ ਹੈਕਟੇਅਰ ਦੇ ਉੱਤੇ ਖੇਤੀ ਹੋ ਰਹੀ ਹੈ, 35 ਲੱਖ ਹੈਕਟੇਅਰ ਦੇ ਉੱਤੇ ਝੋਨਾ ਅਸੀਂ ਬੀਜ ਰਹੇ ਹਾਂ, ਔਰ ਇੱਕ ਅਨੁਮਾਨ ਦੇ ਮੁਤਾਬਕ 1 ਕਿਲੋ ਚਾਵਲ ਬਣਾਉਣ ਵਾਸਤੇ ਸਾਨੂੰ 4000 ਲੀਟਰ ਪਾਣੀ ਦੀ ਜ਼ਰੂਰਤ ਪੈਂਦੀ ਹੈ, ਔਰ 1 ਕਿਲੋ ਖੰਡ ਬਣਾਉਣ ਵਾਸਤੇ ਸਾਨੂੰ 1500 ਲੀਟਰ ਪਾਣੀ ਦੀ ਜ਼ਰੂਰਤ ਪੈਂਦੀ ਹੈ। ਇਹ ਇੱਕ ਪਾਣੀ ਦਾ ਜਿਹੜਾ ਹੈ, ਕਿਉਂਕਿ ਇਹਦੇ ਨਾਲ ਕਈ ਚੀਜ਼ਾਂ ਜਿਹੜੀਆਂ ਜੁੜੀਆਂ ਹੋਈਆਂ ਸਨ ਜਦੋਂ ਮੈਂ ਇਸ ਨਤੀਜੇ ਤੇ ਪਹੁੰਚਿਆ ਵੀ ਕਿਹੜੀ ਖੇਤੀ ਕਰਨੀ ਜੀ। ਸੋ ਜੇ ਅਸੀਂ ਕਣਕ ਝੋਨੇ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਪੰਜਾਬ ਦਾ ਪਾਣੀ, ਜੋ ਅਸੀਂ ਪੈਡੀ ਪੰਜਾਬ ਦੇ ਵਿੱਚ ਉਗਾਉਂਦੇ ਹਾਂ, ਉਹ ਪੰਜਾਬ ਦੇ ਵਿੱਚ ਉਹਦੀ ਕੰਜ਼ੰਪਸ਼ਨ ਬਿਲਕੁਲ ਨਹੀਂ ਹੈ ਉਹ ਪੈਡੀ ਦੀ। ਬਿਲਕੁਲ ਅਸੀਂ ਬਾਸਮਤੀ ਜ਼ਿਆਦਾ ਪੰਜਾਬ ਦੇ ਵਿੱਚ ਬਾਸਮਤੀ ਅਸੀਂ ਕੰਜ਼ਿਊਮ ਕਰਦੇ ਹਾਂ, ਤੇ ਇਹ ਅਸੀਂ ਇੱਕ ਕਿਸਮ ਦਾ ਅਸੀਂ ਕਰੋੜਾਂ ਲੀਟਰ ਅਰਬਾਂ ਲੀਟਰ ਪਾਣੀ ਜਿਹੜਾ ਹੈ ਅਸੀਂ ਐਕਸਪੋਰਟ ਕਰ ਰਹੇ ਹਾਂ, ਔਰ ਉਹਦੀ ਕੀਮਤ ਜਿਹੜੀ ਹੈ ਸਾਨੂੰ ਪਾਣੀ ਦੀ ਕੀਮਤ ਅਨਮੋਲ ਹੈ। ਹਾਂ ਅਨਮੋਲ ਹੈ। ਜਿੱਦਾਂ ਤੁਸੀਂ 4000 ਲੀਟਰ ਪਾਣੀ ਦੀ ਗੱਲ ਕੀਤੀ ਤੇ ਮੈਂ ਕਹਿੰਦਾ ਸੀਗਾ ਕਿ 20 ਰੁਪਏ ਲੀਟਰ ਪਾਣੀ ਦੀ ਕੀਮਤ ਆ, ਤੇ ਫਿਰ ਕਿਉਂ ਨਾ ਆਪਾਂ ਪਾਣੀ ਵੇਚ ਲਈਏ, ਤੋਂ ਚੰਗਾ ਤਾਂ। ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਇੱਕ ਖੇਤ ਦੇ ਵਿੱਚ ਜਦੋਂ ਅਸੀਂ ਝੋਨਾ ਲਗਾਉਂਦੇ ਹਾਂ ਤਾਂ ਤਕਰੀਬਨ 60 ਲੱਖ ਲੀਟਰ ਜਿਹੜਾ ਪਾਣੀ ਉਹਦੇ 'ਚ ਲੱਗਦਾ, 60 ਲੱਖ ਲੀਟਰ ਇੱਕ ਖੇਤ ਦੇ ਵਿੱਚ ਜੀ। ਔਰ ਤੁਸੀਂ ਦੇਖੋ ਵੀ 35 ਲੱਖ ਹੈਕਟੇਅਰ ਦਾ ਮਤਲਬ ਇਹ ਹੈ ਵੀ ਘੱਟੋ ਘੱਟ ਇਹ 80 ਲੱਖ ਏਕੜ ਖੇਤੀ ਬਣ ਜਾਂਦੀ ਹੈ। ਉਹਨੂੰ 60 ਲੱਖ ਨਾਲ ਗੁਣਾ ਕਰ ਲਓ, ਮਤਲਬ ਸਾਡੀਆਂ ਜ਼ੀਰੋ ਵੀ ਖਤਮ ਹੋ ਜਾਣੀਆਂ ਜਿੰਨਾ ਪਾਣੀ ਅਸੀਂ ਹਰ ਸਾਲ ਅਸੀਂ ਕੰਜ਼ਿਊਮ ਕਰ ਰਹੇ ਹਾਂ। ਬਿਲਕੁਲ। ਸੋ ਔਰ ਸੈਕੰਡ ਇਹ ਵੀ ਝੋਨਾ ਸਾਡੀ ਪੰਜਾਬ ਦੀ ਆਪਣੀ ਜ਼ਰੂਰਤ ਨਹੀਂ ਹੈ ਕੰਜ਼ੰਪਸ਼ਨ, ਸਾਡੀਆਂ ਤਾਂ ਹੋਰ ਦਾਲਾਂ ਹੈਗੀਆਂ, ਮਤਲਬ ਸਾਡੇ ਕੋਲ ਹੋਰ ਕਈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਬਾਹਰੋਂ ਅਸੀਂ ਇੰਪੋਰਟ ਕਰ ਰਹੇ ਹਾਂ ਆਪਣੀ ਕੰਜ਼ੰਪਸ਼ਨ ਵਾਸਤੇ ਜੀ। ਸੋ ਕਹਿਣ ਤੋਂ ਭਾਵ ਇਹ ਆ ਵੀ ਮੈਡੀਸਨਲ ਪਲਾਂਟ, ਜਿਵੇਂ ਹੁਣ ਆਪਾਂ ਸਟੀਵੀਆ ਦੀ ਗੱਲ ਕਰੀਏ, ਸਟੀਵੀਆ ਇੱਕ ਐਸੀ ਕਹ ਲਓ ਵੀ ਖੁਸ਼ਗਵਾਰ ਫਸਲ ਕਹਿ ਸਕਦਾ ਮੈਂ, ਜਿਹਦੇ ਚ ਕੁਦਰਤ ਨੇ ਮਲਟੀਪਲ ਸੋਲੂਸ਼ਨਸ ਫਾਰਮਿੰਗ ਦੇ ਜਿਹੜੇ ਉਹਨਾਂ ਨੇ ਪ੍ਰੋਵਾਈਡ ਕੀਤੇ ਆ ਸਟੀਵੀਆ ਦੇ ਵਿੱਚ। ਅੱਛਾ ਜੀ। ਸਭ ਤੋਂ ਪਹਿਲਾਂ ਮੈਂ ਸਟੀਵੀਆ ਆਉਣ ਤੋਂ ਪਹਿਲਾਂ ਇੱਕ ਮੇਰੇ ਮਨ ਦੇ ਵਿੱਚ ਸਵਾਲ ਸੀਗਾ, ਕਿਉਂਕਿ ਇਹ ਬਹੁਤ ਵੱਡੀ ਗੱਲ ਹੈ। ਜਦੋਂ ਅੱਜ ਦੇ ਦੌਰ ਦੀ ਆਪਾਂ ਗੱਲ ਕਰੀਏ, ਪੰਜਾਬ ਦੀ ਤਰਾਸਦੀ ਦੀ ਗੱਲ ਕਰੀਏ, ਤਾਂ ਕੋਈ ਵੀ ਕਿਸਾਨ ਦਾ ਪੁੱਤ ਇਹ ਨਹੀਂ ਚਾਹੁੰਦਾ ਕਿ ਮੈਂ ਖੇਤੀ ਕਰਾਂ। ਕਿਸਾਨ ਵੀ ਖੁਦ ਇਹ ਚਾਹੁੰਦਾ ਕਿ ਮੇਰਾ ਪੁੱਤ ਜਿਹੜਾ ਹੈ ਉਹ ਭਾਈ ਤੂੰ ਇਸ ਕੰਮ 'ਚ ਨਾ ਪਈ, ਇਸ ਕਿੱਤੇ 'ਚ ਨਾ ਪਈ। ਉਹ ਕਹਿੰਦੇ ਖੂਹ ਦੀ ਮਿੱਟੀ ਖੂਹ ਤੇ ਲੱਗਦੀ ਜਾਂਦੀ ਹੈ। ਫਿਰ ਤੁਸੀਂ ਬੜੀ ਵੱਡੀ ਪ੍ਰੇਰਨਾ ਸਰੋਤ, ਬੜਾ ਵੱਡਾ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਵਕਾਲਤ ਦੀ ਪੜ੍ਹਾਈ ਕਰਨ ਤੋਂ ਬਾਅਦ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਆਈਡੀਆ ਸੀਗਾ ਕਿ ਤੁਸੀਂ ਇਹ ਜਿਹੜੀ ਖੇਤੀ ਕਰਨੀ ਹੈ, ਇਹਦੀ ਸਟੀਵੀਆ ਦੀ ਕਰਨੀ ਹੈ, ਮਿੱਠੀ ਤੁਲਸੀ ਦੀ ਕਰਨੀ ਹੈ, ਇਹਦੇ ਤੌਰ ਤੇ ਸ਼ੁਰੂ ਕੀਤੀ ਜਾਂ ਪਹਿਲਾਂ ਹੋਰ ਕੋਈ ਫਸਲ ਲਗਾਉਣੀ ਸ਼ੁਰੂ ਕੀਤੀ ਸੀ? ਵੈਸੇ ਤਾਂ ਮੈਂ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਜਿੱਦਾਂ ਇੱਕ ਉਹਨਾਂ ਨੇ ਆਪਣੇ ਇੱਕ ਜੀਵਨ ਦੀ ਕਾਲਣਾ ਸਾਡੇ ਸਾਹਮਣੇ ਹੈ ਉਹਨਾਂ ਦਾ ਸਾਰਾ ਜੀ, ਔਰ ਉਹਨਾਂ ਨੇ ਖੇਤੀ ਨੂੰ ਸਭ ਤੋਂ ਉੱਤਮ ਦਰਸਾਇਆ। ਕਿਉਂਕਿ ਮੇਰੇ ਮਨ ਦੇ ਵਿੱਚ ਇਹ ਵਿਚਾਰ ਸੀ ਵੀ ਜੇਕਰ ਗੁਰੂ ਨਾਨਕ ਦੇਵ ਜੀ ਨੇ ਆਪਣੇ 12-14 ਸਾਲ ਉਹਨਾਂ ਨੇ ਖੇਤੀ ਕੀਤੀ ਤੇ ਉਹਨਾਂ ਨੇ ਇਹ ਵਿਚਾਰ ਸਾਰਿਆਂ ਨੇ ਸਾਂਝਾ ਕੀਤਾ ਵੀ ਖੇਤੀ ਉੱਤਮ ਖੇਤੀ ਮੱਧ ਵਪਾਰ ਜੀ। ਤੋਂ ਕਿਉਂਕਿ ਖੇਤੀ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ, ਇਹ ਤਾਂ ਸਾਰੇ ਭਲੀ ਬੰਦੇ ਜਾਂਦੇ ਨੇ। ਅਗਰ ਅਨਾਜ ਉਗ ਰਿਹਾ ਹੈ ਤਾਂ ਸਾਰੇ ਅਸੀਂ ਜਿੰਦੇ ਹਾਂ। ਬਟ ਇਹਦੇ ਨਾਲ ਨਾਲ ਕੀ ਹੈ ਵੀ ਖੇਤੀ ਨੂੰ ਇੱਕ ਕਹਿ ਲਓ ਵੀ ਇੱਕ ਪ੍ਰੋਫਿਟੇਬਲ ਲਾਹੇਵੰਦ ਹੁੰਦਾ, ਉਨਾ ਹੀ ਇੰਪੋਰਟੈਂਟ ਆ। ਹਾਂ, ਉਹ ਵੀ ਲਾਹੇਵੰਦ ਹੁੰਦਾ ਬਣਾਉਣਾ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਖੇਤੀ ਕਰਨਾ। ਕਿਉਂਕਿ ਕਿਸਾਨ ਅੱਜ ਵਿਸ਼ਵ ਸਰਕਲ ਦੇ ਵਿੱਚ ਫਸਿਆ ਇਸੇ ਕਰਕੇ ਹੈ ਕਿਉਂਕਿ ਇੱਕ ਵਾਰੀ ਕਿਸਾਨ ਜ਼ਿੰਦਗੀ 'ਚ ਕਰਜ਼ਾ ਲੈ ਲੈਂਦਾ ਤਾਂ ਸਾਰੀ ਉਮਰ ਉਹਦਾ ਕਰਜ਼ਾ ਖਤਮ ਨਹੀਂ ਹੁੰਦਾ, ਉਹਦੀ ਜ਼ਿੰਦਗੀ ਖਤਮ ਹੋ ਜਾਂਦੀ ਜੀ। ਔਰ ਇਸੇ ਕਰਕੇ ਕਈ ਕਿਸਾਨ ਜਿਹੜੇ ਆ ਉਹਨਾਂ ਨੂੰ ਸੁਸਾਈਡ ਵੀ ਕਰ ਰਹੇ ਨੇ, ਮਤਲਬ ਕਾਫੀ ਰਿਪੋਰਟਸ ਜਿਹੜੀਆਂ ਹੈ, ਬਿਕੋਜ਼ ਕਿਉਂਕਿ ਕਿਸੇ ਵੀ ਬਿਜ਼ਨਸ ਦੇ ਵਿੱਚ ਕੋਈ ਸੁਸਾਈਡ ਨਹੀਂ ਕਰਦਾ, ਸਿਰਫ ਕਿਸਾਨੀ ਨੂੰ ਛੱਡ। ਕਿਸਾਨੀ, ਬਿਲਕੁਲ, ਇਹ ਸਾਡੀ ਤਰਾਸਦੀ ਵੀ ਰਹੀ ਹੈ। ਔਰ ਗਾਂਧੀ ਸਾਹਿਬ ਮਾਫ ਕਰਨਾ, ਆਪਾਂ ਅੱਗੇ ਸੈਗਮੈਂਟ ਦੇ ਵਿੱਚ ਇਹ ਸਟੀਵੀਆ ਬਾਰੇ ਗੱਲ ਕਰਨੀ ਹੈ, ਕਿਸ ਤਰ੍ਹਾਂ ਇਹਦੀ ਪੈਦਾਵਾਰ ਕੀਤੀ ਜਾ ਸਕਦੀ ਹੈ ਜਾਂ ਕਿਸਾਨਾਂ ਦੇ ਲਈ ਇਹ ਕਿਸ ਤਰ੍ਹਾਂ ਵਰਦਾਨ ਸਾਬਤ ਹੋ ਸਕਦੀ ਹੈ, ਤੁਹਾਡੇ ਕੋਲ ਜਾਣਕਾਰੀ ਲੈਣੀ ਹੈ। ਪਰ ਸਮਾਂ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੁੰਦੇ ਸਰ। ਜੀ ਹਾਂ ਦਰਸ਼ਕੋ, ਕਿਸਾਨੀ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ। ਜੇਕਰ ਇਹਨੂੰ ਉੱਪਰ ਨਾ ਚੁੱਕਿਆ ਗਿਆ ਤਾਂ ਸਾਡੇ ਵਾਸਤੇ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਸਾਨੂੰ ਕਰਨਾ ਪੈ ਸਕਦਾ ਹੈ। ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਬਾਬਤ ਹੀ ਚਰਚਾ ਕਰ ਰਹੇ ਹਾਂ। ਸਮਾਂ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਦੁਬਾਰਾ ਇਸੇ ਚਰਚਾ ਨੂੰ ਬਰਕਰਾਰ ਰੱਖਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਓਪਨ ਪਲੇਟਫਾਰਮ ਦੇ ਵਿੱਚ ਅਸੀਂ ਚਰਚਾ ਕਰ ਰਹੇ ਹਾਂ ਕਿ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਵਿੱਚੋਂ ਕਿਸ ਤਰ੍ਹਾਂ ਕੱਢਿਆ ਜਾ ਸਕਦਾ ਹੈ, ਕਿਸ ਤਰ੍ਹਾਂ ਨਵੀਂ ਫਸਲ ਕਿਸਾਨਾਂ ਦੇ ਲਈ ਸਹਾਈ ਹੋ ਸਕਦੀ ਹੈ। ਮੇਰੇ ਨਾਲ ਮੌਜੂਦ ਨੇ
ਰਾਜਪਾਲ ਸਿੰਘ ਗਾਂਧੀ ਜੀ ਆਪਾਂ ਹੁਣ ਗੱਲ ਕਰੀਏ ਮਿੱਠੀ ਤੁਲਸੀ ਸਟੀਵੀਆ ਦੀ। ਤੇ ਜਦੋਂ ਤੁਸੀਂ ਸ਼ੁਰੂਆਤ ਕੀਤੀ ਇਸ ਦੀ ਬਿਜਾਈ ਦੀ ਤਾਂ ਕਿੰਨਾ ਕੁ ਮੁਨਾਫਾ ਜਿਹੜਾ ਹੈ ਤੁਸੀਂ 1 ਸਾਲ ਦੇ ਵਿੱਚ ਕਮਾ ਸਕੇ ਸੀ 1 ਏਕੜ ਦੇ ਵਿੱਚੋਂ? ਸੋ ਇਹਦੇ 'ਚ ਮੈਂ ਜੇ ਮੁਨਾਫੇ ਦੀ ਗੱਲ ਕਰਾਂ ਤਾਂ 1 ਏਕੜ ਦੇ ਵਿੱਚ ਤਕਰੀਬਨ 1 ਸਾਲ ਦੇ ਵਿੱਚ ਇਹਦੀਆਂ 3 ਫਸਲਾਂ ਅਸੀਂ ਲੈਂਦੇ ਹਾਂ ਮਿਨੀਮਮ ਜੀ। ਤੇ ਔਰ 3 ਫਸਲਾਂ ਦਾ ਜਿਹੜਾ ਸਾਡਾ ਟੋਟਲ ਝਾੜ ਹੈ ਤਕਰੀਬਨ 1500 ਕਿਲੋ ਤੋਂ ਲੈ ਕੇ 2000 ਕਿਲੋ ਤੱਕ, 1.5 ਟਨ ਤੋਂ ਲੈ ਕੇ 2 ਟਨ ਸੁੱਕੇ ਪੱਤਿਆਂ ਦਾ ਝਾੜ ਹੈ। ਅੱਛਾ, 1 ਸਾਲ ਦਾ? ਤੇ 1 ਸਾਲ ਦਾ, ਹਾਂ। ਠੀਕ ਹੈ। ਸੋ ਉਹਦੇ 'ਚ ਅਸੀਂ ਜੇ ਅਸੀਂ ਇੰਡੀਅਨ ਕਰੰਸੀ 'ਚ ਅਸੀਂ ਕੈਲਕੂਲੇਟ ਕਰਦੇ ਹਾਂ ਤੇ ਤਕਰੀਬਨ 150 ਰੁਪਏ ਦਾ ਮਿਨੀਮਮ ਰੇਟ ਹੈ ਪਰ ਕੇਜੀ। ਅੱਛਾ। ਤੇ ਹਾਂ, ਉਹਨੂੰ ਜੇ ਅਸੀਂ ਲਗਾਈਏ ਤਾਂ ਤਕਰੀਬਨ 2 ਲੱਖ ਦੇ ਕਰੀਬ ਜਿਹੜਾ ਹੈ ਗ੍ਰੋਸ ਇਨਕਮ, 2 ਲੱਖ ਸਵਾ 2 ਲੱਖ ਰੁਪਏ ਗ੍ਰੋਸ ਇਨਕਮ ਜਿਹੜੀ ਇਹਦੀ ਬਣ ਜਾਂਦੀ ਹੈ। ਅੱਛਾ ਜੀ। ਤੇ ਉਹਦੇ ਵਿੱਚ ਉਹਦੇ ਵਿੱਚ ਜੇ ਅਸੀਂ 70-80 ਹਜ਼ਾਰ ਰੁਪਏ ਦੇ ਪਰ ਈਅਰ ਦੇ ਖਰਚੇ ਕੱਢ ਦਿੰਦੇ ਆ, ਲੇਬਰ ਇਹਦੀ ਬਿਜਾਈ ਦੇ, ਜਾਂ ਕਿਉਂਕਿ ਬਿਜਾਈ ਇਹਦੀ ਇੱਕੋ ਵਾਰੀ ਹੁੰਦੀ ਹੈ, ਸਿਰਫ ਇਹਦਾ ਮੇਨ ਹੈਗਾ ਇਹਨੂੰ ਹਾਰਵੈਸਟ ਕਰਨ ਦਾ ਤਰੀਕਾ, ਤੇ ਅਜੇ ਅਸੀਂ ਮੈਨੂਅਲ ਕਰ ਰਹੇ ਹਾਂ। ਅੱਛਾ। ਜਦ ਤੱਕ ਇਹਦੀ ਉਸ ਲੈਵਲ ਤੇ ਇਹਦੀ ਫਾਰਮਿੰਗ ਨਹੀਂ ਹੁੰਦੀ ਵੀ ਹਜ਼ਾਰਾਂ ਏਕੜ 'ਚ ਜਦੋਂ ਲੱਖਾਂ ਏਕੜ 'ਚ ਹੋਏਗੀ ਤਾਂ ਜਿਸ ਤਰ੍ਹਾਂ ਕੰਬਾਈਨ ਨਾਲ ਤੁਸੀਂ ਕਹ ਲਓ ਵੀ ਝੋਨਾ ਕਣਕ ਵੱਢੀ ਜਾਂਦੀ, ਉਸੇ ਤਰ੍ਹਾਂ ਸਟੀਵੀਆ ਵਾਸਤੇ ਵੀ ਕੰਬਾਈਨ ਬਣ ਚੁੱਕੀਆਂ ਹਨ। ਆਸਟ੍ਰੇਲੀਆ ਦੇ ਵਿੱਚ ਕੰਪਨੀ ਹੈ, ਉਹਨੇ ਇਹਦੀ ਕੰਬਾਈਨ ਬਣਾ ਦਿੱਤੀ ਹੈ ਜਿਹਦੇ 'ਚ ਅਸੀਂ ਇਹਦੀ ਫਸਲ ਕੱਟ ਕੇ ਨਾਲੇ ਸੁਕਾਉਣ ਦਾ ਵੀ ਪ੍ਰਬੰਧ ਉਸ ਮਸ਼ੀਨ ਦੇ ਵਿੱਚ ਨਾਲ ਹੀ ਹੈ। ਠੀਕ ਹੈ। ਸੋ ਕਹਿਣ ਤੋਂ ਭਾਵ ਇਹ ਵੀ ਇਹਦੀ ਨੈਟ ਜੇ ਅਸੀਂ ਇਨਕਮ ਇੰਡੀਅਨ ਕਰੰਸੀ 'ਚ ਕਨਵਰਟ ਕਰਦੇ ਹਾਂ ਤਾਂ ਤਕਰੀਬਨ ਸਾਰੇ ਖਰਚੇ ਕੱਢ ਕੇ 1 ਲੱਖ ਤੋਂ ਲੈ ਕੇ ਸਵਾ ਲੱਖ ਰੁਪਏ ਨੈਟ ਇਨਕਮ ਜਿਹੜੀ ਹੈ ਉਹ ਆ ਸਕਦੀ ਕਿਸਾਨ। ਅੱਛਾ ਜੀ। ਤੇ ਇਹ ਜਦੋਂ ਤੁਸੀਂ ਸ਼ੁਰੂਆਤ ਕੀਤੀ, ਕਿਉਂਕਿ ਸਭ ਤੋਂ ਵੱਡੀ ਚੀਜ਼ ਇਹ ਹੈ ਤੇ ਕਿਉਂਕਿ ਹੁਣ ਮਾਨ ਸਾਹਿਬ ਦੇ ਮੈਂ ਪਿਛਲੇ ਮਹੀਨੇ ਸਟੇਟਮੈਂਟ ਸੁਣ ਰਿਹਾ ਸੀਗਾ ਕਿ ਕਿਸਾਨਾਂ ਨੂੰ ਵੱਖ-ਵੱਖ ਫਸਲਾਂ ਬੀਜਣੀਆਂ ਚਾਹੀਦੀਆਂ ਨੇ, ਉਹਦੇ ਵਿੱਚ ਮੂੰਗੀ ਦੀ ਵੀ ਉਹਨਾਂ ਨੇ ਗੱਲ ਕੀਤੀ, ਪਰ ਕਿਸਾਨਾਂ ਦੇ ਨਾਲ ਜਿੱਥੋਂ ਤੱਕ ਮੇਰੀ ਗੱਲ ਹੁੰਦੀ ਹੈ ਉਹ ਕਹਿੰਦੇ ਬੀਜ ਤਾਂ ਲਈਏ ਪਰ ਵੇਚਾਂਗੇ ਕਿੱਥੇ, ਮੰਡੀ ਉਹਦੇ ਲਈ ਕੀ ਹੈ? ਤੇ ਇਹਦੀ ਮੰਡੀ ਕੀ ਹੈ? ਜਦੋਂ ਤੁਸੀਂ ਹੁਣ ਬੀਜ ਰਹੇ ਸੀਗੇ, ਮੰਡੀ ਸਰਕਾਰ ਵੱਲੋਂ ਉਪਲਬਧ ਕਰਵਾਈ ਜਾਂਦੀ ਹੈ, ਕਿੱਥੇ ਵਿਕਦੀ ਹੈ, ਕੀ ਸਾਧਨ ਕੀ ਹੈ ਵੇਚਣ ਦੇ? ਇਹ ਬਹੁਤ ਹੀ ਇੱਕ ਨਾ ਕੰਸਰਨਡ ਕੁਐਸਚਨ ਹੈਗਾ ਸਾਡੀ ਖੇਤੀ ਦੇ ਨਾਲ, ਕਿਉਂਕਿ ਜਿਸ ਚੀਜ਼ ਦਾ ਮੰਡੀਕਰਨ ਨਹੀਂ ਹੈ ਉਸ ਦੀ ਵੈਲਿਊ ਨਹੀਂ ਬਣ ਸਕਦੀ। ਕਾਰਨ ਉਹਦਾ ਇੱਕੋ ਹੀ ਹੈ, ਕਿਉਂਕਿ ਮੇਰੇ ਵਾਸਤੇ ਵੀ ਜਦੋਂ ਮੈਂ ਸਟੀਵੀਆ ਦੀ ਖੇਤੀ ਸ਼ੁਰੂ ਕੀਤੀ ਸੀ ਤਾਂ ਮੇਰੇ ਵਾਸਤੇ ਉਗਾਉਣ ਤੋਂ ਬਾਅਦ ਇਹਨੂੰ ਵੇਚਣ ਦਾ ਸਭ ਤੋਂ ਵੱਡਾ ਚੈਲੰਜ, ਕਿਉਂਕਿ ਉਸ ਵਕਤ 15 ਸਾਲ ਪਹਿਲਾਂ ਸਟੀਵੀਆ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਸੀ, ਮੈਂ ਇਹਦੀ ਖੇਤੀ ਕਰ ਸਕਿਆ ਸੀ ਸ਼ੁਰੂ ਜੀ। ਤਾਂ ਪਰ ਮੈਨੂੰ ਇਹ ਵੀ ਮੈਂ ਤਾਂ ਗੁਰੂ ਨਾਨਕ ਦੇਵ ਜੀ ਦੇ ਜੋ ਵਿਚਾਰ ਸੀ ਉਹਨਾਂ ਦੇ ਮੁਤਾਬਕ ਚਲੋ ਵੀ ਉਹਨਾਂ ਨੂੰ ਫੋਲੋ ਕਰਦਾ ਹੋਇਆ ਇਸ ਲੈਵਲ ਤੇ ਮੈਨੂੰ ਦਾਤੇ ਨੇ ਮਿਹਰ ਬਖਸ਼ੀ ਵੀ ਮੈਂ ਇਹਦਾ ਫਿਰ ਪ੍ਰੋਸੈਸਿੰਗ ਯੂਨਿਟ ਵੀ ਇਹਦਾ ਲਗਾਇਆ, ਕਿਉਂਕਿ ਉਸ ਵਕਤ ਇਹਦਾ ਪ੍ਰੋਸੈਸਿੰਗ ਯੂਨਿਟ ਨਹੀਂ ਸੀ ਕੋਈ ਵੀ ਇੰਡੀਆ ਦੇ ਵਿੱਚ। ਤੇ ਮੈਂ ਫਿਰ ਸੈਂਟਰ ਗਵਰਨਮੈਂਟ ਦੀ ਮਦਦ ਦੇ ਨਾਲ ਮਿਨਿਸਟਰੀ ਆਫ ਸਾਇੰਸ ਐਂਡ ਟੈਕਨੋਲੋਜੀ ਨੇ ਮੈਨੂੰ ਇਹਦੇ ਵਿੱਚ ਸਪੋਰਟ ਕੀਤਾ ਔਰ ਮੈਨੂੰ ਇੰਡੀਆ ਦਾ ਪਹਿਲਾ ਯੂਨਿਟ ਇਹ ਤੋਂ ਖੰਡ ਬਣਾਉਣ ਦਾ ਜਿਹੜਾ ਉਹ ਮੈਨੂੰ ਲਗਾਉਣ ਦੇ ਵਿੱਚ ਉਹਨਾਂ ਨੇ ਕਾਫੀ ਮਦਦ ਕੀਤੀ ਸੀ। ਅੱਛਾ ਜੀ। ਤੋ ਰੀਜ਼ਨ ਇਹ ਸੀ ਕਿਉਂਕਿ ਮਾਰਕੀਟਿੰਗ, ਤੁਹਾਡਾ ਇੱਕ ਬਹੁਤ ਹੀ ਵਾਜਬ ਸਵਾਲ ਹੈ, ਮਾਰਕੀਟਿੰਗ ਤੋਂ ਬਿਨਾਂ, ਕਿਉਂਕਿ ਸਟੀਵੀਆ ਦੀ ਸ਼ੁਰੂ ਕੀਤੀ ਇਹਦੇ ਜੋ ਅਸੀਂ ਪ੍ਰੋਸੈਸਿੰਗ ਯੂਨਿਟ ਲੱਗ ਰਿਹਾ, ਅਸੀਂ ਫਾਰਮਰਸ ਨਾਲ ਕੰਟਰੈਕਟ ਸ਼ੁਰੂ ਕਰ ਦਿੱਤੇ ਵੀ ਇਹ ਫਸਲ ਤੁਸੀਂ ਸਾਨੂੰ ਹੀ ਵੇਚਣੀ ਹੈ, ਕਿਸੇ ਹੋਰ ਨੂੰ ਨਹੀਂ ਵੇਚਣੀ, ਅਸੀਂ ਉਲਟਾ ਬਾਉਂਡ ਕਰਦੇ ਸੀ ਕਿਉਂਕਿ ਸਾਡੀ ਜ਼ਰੂਰਤ ਇੰਨੀ ਹੈ ਵੀ ਇਹ ਅਸੀਂ ਆਉਣ ਵਾਲੇ 10 ਸਾਲ 'ਚ ਵੀ ਇਹਦੀ ਜਿਹੜੀ ਜ਼ਰੂਰਤ ਨਹੀਂ ਪੂਰੀ ਹੋ ਸਕਦੀ। ਇੱਕ ਅਨੁਮਾਨ ਦੇ ਮੁਤਾਬਕ ਹਿੰਦੁਸਤਾਨ ਦੇ ਵਿੱਚ ਤਕਰੀਬਨ 80,000 ਜੋ ਕਹ ਲਓਗੇ 80,000 ਕਰੋੜ ਰੁਪਏ ਦੀ ਕੰਜ਼ੰਪਸ਼ਨ ਹੈ ਚੀਨੀ ਦੀ ਹਰ ਸਾਲ। ਸੋ ਇੱਕ ਬਹੁਤ ਜ਼ਿਆਦਾ ਮਤਲਬ ਕਹ ਲਓ ਵੀ ਉਹਦਾ ਇੱਕ ਹੈਗਾ, ਜੇ ਅਸੀਂ ਉਹਦੇ 'ਚ 5% ਵੀ ਹਿੱਸਾ, 10% ਵੀ ਹਿੱਸਾ ਅਸੀਂ ਉਹਨੂੰ ਕਨਵਰਟ ਕਰ ਸਕਦੇ ਹਾਂ, ਕਿਉਂਕਿ ਸ਼ੂਗਰ ਤਾਂ ਪਤਾ ਹੈ ਸਾਰਿਆਂ ਨੂੰ ਕਿ ਸ਼ੂਗਰ ਇੱਕ ਮਿੱਠਾ ਵੀ ਹੈ ਪਲੱਸ ਇੱਕ ਨਾਮੁਰਾਦ ਬਿਮਾਰੀ ਦਾ ਨਾਮ ਵੀ ਸ਼ੂਗਰ ਹੈ ਜੀ। ਤੇ ਸਟੀਵੀਆ ਇੱਕ ਐਸੀ ਚੀਜ਼ ਹੈ ਜੋ ਮਿਠਾਸ ਵੀ ਹੈ ਤੇ ਇੱਕ ਸ਼ੂਗਰ ਦੀ ਦਵਾਈ ਵੀ ਹੈ ਨਾਲ, ਮਤਲਬ ਇਹਦੇ ਨਾਲ ਸ਼ੂਗਰ ਦੇ ਲੋਕਾਂ ਦੇ ਪੇਸ਼ੈਂਟ ਦੀ ਉਹਨਾਂ ਨੂੰ 0 ਕੈਲੋਰੀ ਹੋਣ ਕਰਕੇ ਇਹਦੇ 'ਚ ਮੈਡੀਸਨਲ ਪ੍ਰੋਪਰਟੀਜ਼ ਬਹੁਤ ਜ਼ਿਆਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਇਹਨੂੰ ਮਿੱਠੀ ਤੁਲਸੀ ਦਾ ਨਾਮ ਦਿੱਤਾ, ਜਿਹਦੇ ਤੁਲਸੀ ਦੇ ਸਾਰੇ ਗੁਣ ਹਨ, ਮਿੱਠਾ ਵੀ ਹੈ ਨਾਲ ਇਹ ਮਤਲਬ ਐਂਟੀ ਕੈਂਸਰਸ ਵੀ ਹੈ, ਸੋ ਮਨੀ ਬਹੁਤ ਜ਼ਿਆਦਾ ਇਹਦੇ 'ਚ ਪ੍ਰੋਪਰਟੀਜ਼ ਹੈਗੀਆਂ ਜੀ। ਮੇਰਾ ਇਸ ਸਟੀਵੀਆ ਦੀ ਫਸਲ ਨਾਲ ਜੋੜਨ ਦਾ ਇੱਕ ਮੇਨ ਕਾਰਨ ਇਹ ਵੀ ਰਿਹਾ ਕਿਉਂਕਿ ਜਦੋਂ ਮੈਂ ਰਿਸਰਚ ਕੀਤੀ ਤਾਂ ਸਟੀਵੀਆ ਦੀ ਸਭ ਤੋਂ ਜ਼ਿਆਦਾ ਕੰਜ਼ੰਪਸ਼ਨ ਵਰਲਡ ਦੇ ਵਿੱਚ ਜਾਪਾਨ ਦੇ ਵਿੱਚ ਹੈ। ਅੱਛਾ। ਉਹਨਾਂ ਨੇ 1970 ਦੇ ਵਿੱਚ ਹੀ ਸਟੀਵੀਆ ਦੀ ਕੰਜ਼ੰਪਸ਼ਨ ਜਿਹੜੀ ਹੈ ਸ਼ੁਰੂ ਕਰ ਦਿੱਤੀ ਸੀ ਤੇ ਇਹ ਮੇਰੇ ਵਾਸਤੇ ਬਹੁਤ ਹੀ ਇੱਕ ਦਿਲਚਸਪ ਉਦੋਂ ਰਿਸਰਚ ਸੀਗੀ ਇਹ ਵੀ ਕੰਟਰੀ ਲਾਈਕ ਜਾਪਾਨ ਜਿਹੜੇ ਸਭ ਤੋਂ ਦਿਮਾਗ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਅੱਗੇ ਮੰਨੇ ਜਾਂਦੇ ਹਨ ਹਰ ਚੀਜ਼ ਵਿੱਚ, ਮਸ਼ੀਨਰੀ ਦੇ ਵਿੱਚ ਜਾਂ ਕਿਸੇ ਵੀ ਖੋਜ ਦੇ ਵਿੱਚ, ਤੇ ਉਹਨਾਂ ਨੇ ਇਸ ਚੀਜ਼ ਨੂੰ ਅੱਜ ਤੋਂ 50-60 ਸਾਲ ਪਹਿਲਾਂ ਹੀ ਪਛਾਣਿਆ ਸੀ ਵੀ ਇਹ ਇੱਕ ਸਭ ਤੋਂ ਕੰਜ਼ੰਪਸ਼ਨ ਦੇ ਤੌਰ ਤੇ, ਕਿਉਂਕਿ ਹਰ ਇੱਕ ਇਨਸਾਨ ਦਾ ਇੱਕ ਸਵੀਟ ਟੂਥ ਹੁੰਦਾ, ਮਿੱਠਾ ਖਾਣ ਦੀ ਲਾਲਸਾ ਹਰ ਇਨਸਾਨ ਦੇ ਵਿੱਚ ਹੁੰਦੀ ਜੀ। ਔਰ ਪਰ ਜਦੋਂ ਅਸੀਂ ਮਿੱਠਾ ਖਾਂਦੇ ਹਾਂ, ਸਾਡਾ ਹਰ ਫੈਸਟੀਵਲ ਚਾਹੇ ਦੀਵਾਲੀ ਹੈ, ਦੁਸਹਿਰਾ, ਰੱਖੜੀ ਹੈ, ਕੋਈ ਵੀ ਮਿੱਠੇ ਨਾਲ ਸੰਬੰਧਿਤ ਹੈ, ਮਠਿਆਈ ਲਿਆਓ ਜੀ, ਮਠਿਆਈ ਲਿਆਓ, ਸਾਡੀ ਮਠਿਆਈ ਦੀ ਕੰਜ਼ੰਪਸ਼ਨ ਬਹੁਤ ਜ਼ਿਆਦਾ ਹੈ।
USA ਦੇ ਵਿੱਚ ਵੀ ਸਭ ਤੋਂ ਜ਼ਿਆਦਾ ਮਿਠਾਈ ਦੀ ਕੰਜ਼ੰਪਸ਼ਨ ਹੈ। ਤਾਂ ਕਹਿਣ ਤੋਂ ਭਾਵ ਹੈ ਵੀ ਇਹ ਅੱਛਾ ਹੀ ਸ਼ੂਗਰ ਇਜ਼ ਇੰਗਲਿਸ਼ ਕਹਿੰਦੇ ਸ਼ੂਗਰ ਇਜ਼ ਗੁੱਡ ਦੋਜ਼ ਹੂ ਕੈਨ ਡਾਈਜੈਸਟ ਇਟ, ਤੇ ਜਿਹੜੇ ਬੰਦੇ ਇਹਨੂੰ ਡਾਈਜੈਸਟ ਨਹੀਂ ਕਰ ਸਕਦੇ ਉਹਨਾਂ ਵਾਸਤੇ ਤਾਂ ਇਹ ਬਿਮਾਰੀ ਦਾ ਕਾਰਨ ਬਣ ਜਾਂਦਾ ਜੀ। ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਨਾਲ ਸੰਬੰਧਿਤ ਹੋਣ ਕਰਕੇ ਹੀ ਜਿਹੜਾ ਇਸ ਸਬਜੈਕਟ ਦੇ ਉੱਤੇ ਮੈਂ ਕੀਤਾ ਔਰ ਪ੍ਰਮਾਤਮਾ ਨੇ ਮਤਲਬ ਇਹਦੇ 'ਚ ਇੰਨਾ ਮੈਂ ਆਪਣਾ 15-18 ਸਾਲ ਦਾ ਐਕਸਪੀਰੀਅੰਸ ਸ਼ੇਅਰ ਕਰ ਸਕਦਾ ਵੀ ਫਸਲਾਂ ਦੇ ਵਿੱਚੋਂ ਸਟੀਵੀਆ ਜਿਹੜੀ ਹੈ ਉਹ ਬਹੁਤ ਹੀ ਲਾਹੇਵੰਦ ਹੈ, ਔਰ ਮੈਂ ਇਹਦੇ ਕੁਝ ਕਾਰਨ ਹੈਗੇ ਨੇ ਜਿਹੜੇ ਮੈਂ ਕਿਸਾਨਾਂ ਵੀਰਾਂ ਨਾਲ ਸਾਂਝੇ ਕਰਨਾ ਚਾਹਾਂਗਾ। ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਇਹਨੂੰ ਉਗਾਉਣ ਵਾਸਤੇ ਜਿਹੜਾ ਟੈਂਪਰੇਚਰ ਹੈ ਉਹ 20 ਤੋਂ 35 ਡਿਗਰੀ ਸੈਲਸੀਅਸ ਚਾਹੀਦਾ ਹੈ ਇਹਦੇ 'ਚ ਆਈਡੀਅਲ ਅਸੀਂ ਕਮਰਸ਼ੀਅਲ ਗਰੋਨ ਕਰਨ ਵਾਸਤੇ ਜੀ। ਇਹਨੂੰ ਕੋਈ ਬਹੁਤ ਜ਼ਿਆਦਾ ਅੱਬਲ ਮਿੱਟੀ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਇਹ ਮਿੱਟੀ ਦੇ ਵਿੱਚੋਂ ਬਹੁਤ ਹੀ ਘੱਟ ਜੋ ਹੈ ਇਹ ਆਪਣੇ ਤੱਤ ਲੈਂਦਾ, ਔਰ ਇੱਕ ਸੈਂਡੀ ਲੋਮ ਜਿਹੜਾ ਸਭ ਤੋਂ ਬੈਸਟ ਹੈ, ਜਿਹੜਾ ਜਿਸ ਜ਼ਮੀਨ ਦੇ ਵਿੱਚ ਪਾਣੀ ਬਰਸਾਤ ਦਾ ਨਹੀਂ ਖੜਾ ਹੁੰਦਾ ਉਹ ਸਭ ਤੋਂ ਜ਼ਮੀਨ ਇਹਦੀ ਬੈਸਟ ਹੈ, ਕਿਉਂਕਿ ਇਹਦੀ ਆਪਣੀ ਪਾਣੀ ਦੀ ਕੰਜ਼ੰਪਸ਼ਨ ਬਹੁਤ ਘੱਟ ਹੈ। ਜਿਸ ਤਰ੍ਹਾਂ ਮੈਂ ਸ਼ੇਅਰ ਕੀਤਾ ਸੀ ਵੀ 1 ਕਿਲੋ ਖੰਡ ਘਪਰਾਉਣ ਵਾਸਤੇ 1500 ਲੀਟਰ ਪਾਣੀ ਦੀ ਜ਼ਰੂਰਤ ਪੈਂਦੀ ਹੈ ਜੀ, ਔਰ ਇਹਦੇ 'ਚ ਸਟੀਵੀਆ ਦੀ ਖੇਤੀ ਵਾਸਤੇ ਸ਼ੂਗਰ ਕੇਨ ਦੇ ਕੰਪੈਰੀਟਿਵਲੀ ਸਿਰਫ 5%, ਜੇ ਅਸੀਂ ਖੰਡ ਦਾ ਕੰਪੈਰੀਜ਼ਨ ਕਰਦੇ ਹਾਂ ਤਾਂ 5% ਪਾਣੀ ਦੀ ਜ਼ਰੂਰਤ ਪੈਂਦੀ ਹੈ। ਤੋ ਅਸੀਂ ਮਤਲਬ ਸਟੀਵੀਆ ਦੀ ਇੱਕ ਆਮਦਨ ਵੀ ਵਧਾ ਸਕਦੇ ਹਾਂ, ਔਰ ਅਸੀਂ ਦੇਸ਼ ਵਾਸਤੇ ਅਸੀਂ ਪਾਣੀ ਦੀ ਬੱਚਤ ਵੀ ਕਰ ਸਕਦੇ ਹਾਂ, ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਸਾਡੇ ਵਾਸਤੇ। ਹਾਂ, ਸਭ ਤੋਂ ਬਿਲਕੁਲ ਉਸ ਤੋਂ ਵੀ ਕੀਮਤੀ ਹੈ। ਸੈਕੰਡ ਇਹ ਵੀ ਕਿਸਾਨ ਕੋਈ ਵੀ ਫਸਲ ਹੈ, ਚਾਹੇ ਕਣਕ ਝੋਨਾ ਕੋਈ ਵੀ ਫਸਲ, ਇੱਕ ਵਾਰੀ ਬੀਜ ਕੇ ਇੱਕੋ ਵਾਰੀ ਉਹਦਾ ਫਾਇਦਾ ਲੈ ਸਕਦਾ ਹੈ। ਸਟੀਵੀਆ ਦੀ ਫਸਲ ਐਸੀ ਅਸੀਂ ਇੱਕ ਵਾਰੀ ਬਿਜਾਈ ਕਰਦੇ ਹਾਂ, ਹਰ ਸਾਲ ਇਹਦੀਆਂ 3 ਫਸਲਾਂ ਲੈਂਦੇ, ਘੱਟ ਤੋਂ ਘੱਟ 4 ਵੀ ਲੈ ਸਕਦੇ ਹਾਂ, ਔਰ ਤਕਰੀਬਨ ਇਹ ਬੀਜ ਜਿਹੜਾ ਇੱਕ ਵਾਰੀ ਬੀਜ ਬੀਜਿਆ 5 ਸਾਲ ਤੱਕ ਜਿਹੜਾ ਇਹਦੀ ਲਾਈਫ ਹੈ, 5 ਸਾਲ ਤੱਕ ਇਹ ਕੱਢਦਾ ਹੈ। ਅੱਛਾ, ਕਹਿਣ ਤੋਂ ਭਾਵੇਂ ਬਾਰ-ਬਾਰ ਬੀਜਣ ਦਾ ਚੱਕਰ ਵੀ ਖਤਮ ਹੋ ਜਾਂਦਾ, ਔਰ ਸਭ ਤੋਂ ਇੰਪੋਰਟੈਂਟ ਕੀ ਹੈ ਵੀ ਇਹਨੂੰ ਕੈਮੀਕਲ ਫਰਟੀਲਾਈਜ਼ਰ, ਕੈਮੀਕਲ ਪੈਸਟੀਸਾਈਡ, ਇਨਸੈਕਟੀਸਾਈਡ ਦੀ ਜ਼ਰੂਰਤ ਹੀ ਨਹੀਂ ਪੈਂਦੀ ਮੇਰੇ ਤਜਰਬੇ। ਤੇ ਫਿਰ ਗਾਂਧੀ ਸਾਹਿਬ ਇੱਥੇ ਸਵਾਲ ਇਹ ਹੁੰਦਾ ਹੈ ਕਿ ਜਦੋਂ ਆਪਾਂ ਫਸਲਾਂ ਦੀ ਗੱਲ ਕਰਦੇ ਹਾਂ ਹੁਣ ਤੇ ਆਪਾਂ ਨੂੰ ਰੇਹਾਂ ਸਪਰੇਆਂ ਬਹੁਤ ਕਰਨੀਆਂ ਪੈਂਦੀਆਂ, ਫਿਰ ਕੋਈ ਬਿਮਾਰੀ ਦਾ ਡਰ ਰਹਿੰਦਾ ਹੈ ਜਦੋਂ ਆਪਾਂ ਮਿੱਠੀ ਤੁਲਸੀ ਦੀ ਗੱਲ ਕਰਦੇ ਹਾਂ ਤੇ ਇਸ ਫਸਲ ਨੂੰ? ਕਿਉਂਕਿ ਇਹ ਜਿਹੜੀ ਕ੍ਰੌਪ ਹੈ, ਜੇ ਕੋਈ ਰਿਸਰਚ ਕਰੇਗਾ ਨਾ ਇਹਨੂੰ ਨੈਟ ਤੇ ਵੀ ਕੋਈ ਵੀ ਆਦਮੀ ਭਲੀ ਭਾਂਤੀ ਦੇ ਸਕਦਾ ਹੈ, ਐਂਟੀ ਬੈਕਟੀਰੀਅਲ ਕ੍ਰੌਪ ਆਪਣੇ ਆਪ ਦੇ ਵਿੱਚ ਹੀ ਹੈ। ਇਹਦੇ 'ਚ ਇੰਨੀ ਜ਼ਿਆਦਾ ਮਿਠਾਸ ਹੈ, ਉਹ ਜ਼ਿਆਦਾ ਮਿੱਠਾ ਕਹਿੰਦੇ ਨਾ ਕੌੜਾ ਹੋ ਜਾਂਦਾ, ਤੇ ਇਹ ਆਮ ਇਨਸੈਕਟ ਵਾਸਤੇ ਵੀ ਉਹ ਜ਼ਿਆਦਾ ਉਹਦੇ ਵਾਸਤੇ ਟੇਸਟ ਨਹੀਂ ਹੈ। ਕੋਈ ਵਾਈਲਡ ਐਨੀਮਲ ਵੀ ਇਸ ਦੇ ਪੱਤਿਆਂ ਨੂੰ ਨਹੀਂ ਖਾਂਦਾ, ਰੀਜ਼ਨ ਵੀ ਇੰਨੀ ਜ਼ਿਆਦਾ ਮਿਠਾਸ ਹੈ, ਉਹ ਕੌੜੀ ਹੋ ਜਾਂਦੀ ਜ਼ਿਆਦਾ ਮਿਠਾਸ। ਤੇ ਔਰ ਉਹ ਤੁਸੀਂ ਕਹ ਲਓ ਵੀ ਜਦੋਂ ਅਸੀਂ ਇਹਨੂੰ ਪ੍ਰੋਸੈਸ ਕਰਕੇ ਖੰਡ ਬਣਾਉਂਦੇ ਤਾਂ ਅਸੀਂ ਉਹਨੂੰ ਟੇਬਲ ਟਾਪ ਬਣਾਉਣ ਵਾਸਤੇ ਅਸੀਂ ਇਹਦੇ 'ਚ ਮਤਲਬ ਪੂਰਾ ਇਹਦਾ ਪ੍ਰੋਸੈਸ ਕਰਕੇ ਉਹਨੂੰ ਜੋ ਨੈਚੁਰਲ ਖੰਡ ਵਾਂਗੂ ਇਹਦਾ ਟੇਸਟ ਬਣ ਜਾਂਦਾ ਜੀ। ਔਰ ਮੈਨੂੰ ਤੁਹਾਡੀਆਂ ਗੱਲਾਂ, ਮਾਫ ਕਰਨਾ, ਮੈਨੂੰ ਤੁਹਾਡੀਆਂ ਗੱਲਾਂ ਸੁਣ ਕੇ ਇਦਾਂ ਲੱਗ ਰਿਹਾ ਕਿ ਜੇਕਰ ਆਪਾਂ ਸਰਕਾਰਾਂ ਦੀ ਗੱਲ ਕਰਦੇ ਹਾਂ ਤਾਂ ਸਰਕਾਰਾਂ ਨੂੰ ਜਦੋਂ ਫਸਲਾਂ ਦੀ ਤਬਦੀਲੀ ਦੀ ਗੱਲ ਕਰਦੇ ਹਾਂ ਤੇ ਸਰਕਾਰਾਂ ਕਹਿੰਦੀਆਂ ਜੇ ਸਾਡੇ ਹੱਥ ਖੜੇ ਹੈ, ਫਿਰ ਕਿਉਂ ਨਹੀਂ ਇਹੋ ਜਿਹੇ ਉਪਕਰਨ ਜਿਹੜੇ ਪੈਦਾ ਕੀਤੇ ਜਾ ਸਕਦੇ? ਇਹ ਬਹੁਤ ਵੱਡਾ ਸਵਾਲ ਹੈ। ਸਮਾਂ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ, ਇਸ ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਚਰਚਾ ਕਰਾਂਗੇ ਕਿ ਤੁਹਾਡੀ ਕਿਸੇ ਸਰਕਾਰ ਦੇ ਨੁਮਾਇੰਦੇ ਤੱਕ ਤੁਸੀਂ ਪਹੁੰਚ ਕੀਤੀ ਜਾਂ ਉਹਨਾਂ ਨੇ ਪਹੁੰਚ ਕੀਤੀ ਹੋਵੇ ਕਿ ਭਾਜੀ ਤੁਸੀਂ ਵਧੀਆ ਕੰਮ ਕਰ ਰਹੇ ਹੋ, ਆਪਾਂ ਅੱਗੇ ਲੈ ਕੇ ਚੱਲਦੇ ਹਾਂ ਇਸ ਚੀਜ਼ ਨੂੰ। ਇਹਦੇ 'ਤੇ ਆਪਾਂ ਚਰਚਾ ਕਰਾਂਗੇ, ਪਰ ਸਮਾਂ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਜੀ ਹਾਂ ਦਰਸ਼ਕੋ, ਬਹੁਤ ਹੀ ਵਧੀਆ ਜਿਹੜਾ ਇਹ ਫਸਲ ਹੈ ਜਿਸ ਦੇ ਬਾਬਤ ਇਹ ਦੱਸ ਰਹੇ ਨੇ, ਮੁਨਾਫਾ ਚੰਗਾ ਹੈ ਕਿਸਾਨ ਵੀਰਾਂ ਦੇ ਲਈ, ਪਰ ਅੱਗੇ ਚਰਚਾ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਿਸਾਨ ਜਿਹੜਾ ਇਸ ਤੋਂ ਕਿੰਨਾ ਕੁ ਲਾਹਾ ਲੈ ਸਕਦੇ ਨੇ, ਕਿਸ ਤਰ੍ਹਾਂ ਇਹਦੀ ਬਿਜਾਈ ਕੀਤੀ ਜਾ ਸਕਦੀ ਹੈ, ਜਾਂ ਕਿਸ ਤਰ੍ਹਾਂ ਕਿਸਾਨ ਵੀਰ ਸੰਪਰਕ ਕਰ ਸਕਦੇ ਨੇ ਰਾਜਪਾਲ ਸਿੰਘ ਗਾਂਧੀ ਹੁਣਾਂ ਨਾਲ। ਪਰ ਸਮਾਂ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਓਪਨ ਪਲੇਟਫਾਰਮ ਦੇ ਵਿੱਚ। ਅਸੀਂ ਚਰਚਾ ਕਰ ਰਹੇ ਹਾਂ ਮਿੱਠੀ ਤੁਲਸੀ ਯਾਨੀ ਕਿ ਸਟੀਵੀਆ ਕਿਸ ਤਰ੍ਹਾਂ ਕਿਸਾਨਾਂ ਦੇ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ। ਇਸ ਬਾਬਤ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਰਾਜਪਾਲ ਸਿੰਘ ਗਾਂਧੀ ਜੀ। ਗਾਂਧੀ ਜੀ, ਜਦੋਂ ਆਪਾਂ ਮਿੱਠੀ ਤੁਲਸੀ ਦੀ ਚਰਚਾ ਕਰ ਰਹੇ ਹਾਂ ਤਾਂ ਤੁਸੀਂ ਸ਼ੁਰੂਆਤ ਕਰ ਰਹੀ ਲਾਹੇਵੰਦ ਜਿਹੜਾ ਹੈ ਇੱਕ ਫਸਲ ਲੈ ਕੇ ਆਂਦੀ, ਉਸ ਦੀ ਵਿਕਰੀ ਸ਼ੁਰੂ ਹੋ ਗਈ, ਮਾਰਕੀਟ ਉਹਦੇ ਲਈ ਬਣ ਗਈ। ਕਿਸੇ ਸਰਕਾਰੀ ਮੰਤਰੀ ਨੇ, ਕਿਸੇ ਸਰਕਾਰੀ ਵਜ਼ੀਰ ਨੇ ਜਾਂ ਕਿਸੇ ਸਰਕਾਰੀ ਨੁਮਾਇੰਦੇ ਨੇ ਤੁਹਾਡੇ ਤੱਕ ਪਹੁੰਚ ਕੀਤੀ ਕਿ ਭਾਈ ਪੰਜਾਬ ਦੇ ਵਿੱਚ ਕੋਈ ਵੱਖਰੀ ਪ੍ਰਕਾਰ ਦੀ ਕੋਈ ਖੇਤੀ ਕਰ ਰਿਹਾ ਤੇ ਇਸ ਨੂੰ ਉਭਾਰਿਆ ਜਾਵੇ? ਇੱਦਾਂ ਹੋਇਆ ਜੀ ਕਦੇ? ਬਿਲਕੁਲ ਹੋਇਆ ਜੀ। ਸੋ ਸਭ ਤੋਂ ਪਹਿਲਾਂ ਤਾਂ ਕਹਿ ਲਓ ਵੀ ਮੈਨੂੰ ਨੈਸ਼ਨਲ ਅਵਾਰਡ ਡਾਕਟਰ MS ਸਵਾਮੀਨਾਥਨ, ਜੋ ਕਿ ਹਰੇ ਇਨਕਲਾਬ ਦੇ ਜੋ ਬਾਨੀ ਮੰਨੇ ਜਾਂਦੇ ਹਨ, 2014 ਵਿੱਚ ਮੈਨੂੰ ਉਹਨਾਂ ਨੇ ਨੈਸ਼ਨਲ ਅਵਾਰਡ ਦਿੱਤਾ। ਔਰ ਮੈਨੂੰ ਅਵਾਰਡ ਦਿੰਦੇ ਸਮੇਂ ਉਹਨਾਂ ਨੇ ਇਹ ਭਲੀ ਭਾਂਤੀ ਸਟੇਜ ਦੇ ਉੱਤੇ ਉਦੋਂ ਅਨਾਉਂਸ ਕੀਤਾ ਸੀ ਵੀ
1961 ਦੇ ਵਿੱਚ ਜਦੋਂ ਭੁੱਖਮਰੀ ਸੀ ਤਾਂ ਉਦੋਂ ਗ੍ਰੀਨ ਰੈਵੋਲੂਸ਼ਨ ਦੀ ਸ਼ੁਰੂਆਤ ਹੋਈ ਸੀ ਔਰ ਕਣਕ ਦੇ ਭੰਡਾਰ ਤੁਸੀਂ ਕਹ ਲਓ ਵੀ ਇੰਨੇ ਭਰ ਗਏ ਵੀ ਹੁਣ ਸਾਡੇ ਕੋਲ ਕਣਕ ਸਰਪਲਸ ਹੋ ਗਈ ਗ੍ਰੀਨ ਰੈਵੋਲੂਸ਼ਨ ਦੇ ਨਾਲ। ਉਹਨਾਂ ਨੇ ਫਿਰ ਸਟੀਵੀਆ ਦੀ ਖੇਤੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਵੀ ਮਿਸਟਰ, ਮੇਰਾ ਨਾਮ ਲੈ ਕੇ ਕਿਹਾ ਵੀ ਇਹਨਾਂ ਨੇ ਇੱਕ ਮਿੱਠੇ ਇਨਕਲਾਬ ਦੀ ਕਹ ਲਓ ਵੀ ਖੇਤੀ ਸ਼ੁਰੂ ਕੀਤੀ ਹੈ, ਜਿਹੜਾ ਕਿ ਨਾ ਸਿਰਫ ਕਿਸਾਨੀ ਵਾਸਤੇ ਬਲਕਿ ਲੋਕਾਂ ਦੀ ਸਿਹਤ ਵਾਸਤੇ ਵੀ ਇੱਕ ਬਹੁਤ ਹੀ ਲਾਹੇਵੰਦ ਚੀਜ਼ ਹੋਏਗੀ। ਸੋ ਉਹਨਾਂ ਨੇ ਨੈਸ਼ਨਲ ਅਵਾਰਡ ਦਿੱਤਾ। ਉਸ ਤੋਂ ਬਾਅਦ ਫਿਰ ਮੈਨੂੰ ਸਟੇਟ ਗੌਰਮੈਂਟ ਨੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਸਟੇਟ ਅਵਾਰਡ ਦਿੱਤੇ ਨੇ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਦੇ ਵਿੱਚ, ਜੋ ਮੇਰੇ ਵਾਸਤੇ ਸਭ ਤੋਂ ਸਰਵਉੱਤਮ ਮੇਰਾ ਅੱਜ ਇਸ ਸੰਬੰਧ ਸਟੀਵੀਆ ਨਾਲ ਸੰਬੰਧਿਤ ਅਵਾਰਡ ਕਹਿ ਸਕਦਾ ਮੈਂ ਜੀ। 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਉਹਨਾਂ ਨੇ ਮੈਨੂੰ 550 ਸਿੱਖਾਂ ਦੇ ਵਿੱਚ ਸ਼ਾਮਲ ਕੀਤਾ ਵੀ ਜਿਨ੍ਹਾਂ ਨੇ ਕੋਈ ਅਲੱਗ ਕੰਮ ਕੀਤਾ ਹੈ ਔਰ ਮੈਨੂੰ ਉੱਥੇ ਉਹ 550 ਦੇ ਵਿੱਚ ਉਹਨਾਂ ਨੇ ਇਨਾਮ ਦਿੱਤਾ ਸੀਗਾ ਕਿਉਂਕਿ ਮੈਂ ਸਟੀਵੀਆ ਦੇ ਨਾਲ ਜੁੜਿਆ ਹੋਇਆ ਸੀ ਜੀ। ਇਸ ਤੋਂ ਇਲਾਵਾ ਨੀਤੀ ਆਯੋਗ ਇੰਡੀਆ ਦੇ ਜੋ ਡਾਕਟਰ ਰਮੇਸ਼ ਚੰਦਰ ਜੀ, ਉਹ ਮੇਰੇ ਕੋਲ ਫਾਰਮ ਤੇ ਉਹਨਾਂ ਨੇ ਕਾਫੀ ਵਾਰ ਵਿਜ਼ਿਟ ਕੀਤਾ ਹੈ ਔਰ ਉਹਨਾਂ ਨੇ ਬਕਾਇਦਾ ਇਹਦੀਆਂ ਪਲਾਨਸ ਬਣਾ ਕੇ ਸਰਕਾਰ ਨੂੰ ਸਬਮਿਟ ਵੀ ਕੀਤੀਆਂ ਹੋਈਆਂ ਹਨ। ਇਸ ਤੋਂ ਇਲਾਵਾ IAS ਆਫੀਸਰਸ, ਮਤਲਬ ਕਾਫੀ ਮੇਰੇ ਕੋਲ ਮਿਨਿਸਟਰਸ ਨੇ ਔਰ ਕਾਫੀ ਪੰਜਾਬ ਤੋਂ ਵੀ ਕਾਫੀ ਇਹਨਾਂ ਨੇ ਮੈਨੂੰ ਇਨਕਰੇਜ ਕੀਤਾ। ਪਰ ਇੱਕ ਗੱਲ ਜੋ ਮੈਂ ਆਪਣੇ ਤਜਰਬੇ ਦੇ ਤੌਰ ਤੇ ਸਾਂਝੀ ਕਰਨਾ ਚਾਹੁੰਦਾ ਹਾਂ, ਕਿਉਂਕਿ ਕਿਸਾਨਾਂ ਦਾ ਇੱਕ ਕਹਿ ਲਓ ਵੀ ਜੋ ਜਾਦੂ ਹੈ ਕਿਸਾਨ ਦੇ ਆਪਣੇ ਹੱਥ ਵਿੱਚ ਹੈ ਤੇ ਜੋ ਖੇਤੀ ਕੋਈ ਵੀ ਹੈ ਕਰਨੀ, ਉਹ ਮਤਲਬ ਜਾਦੂ ਫਸਲ ਤਾਂ ਬਹੁਤ ਘੱਟ ਹੈ, ਕਿਸਾਨ ਦੇ ਹੱਥ ਵਿੱਚ ਜਾਦੂ ਹੈ ਮੇਨ, ਕਿਉਂਕਿ ਉਹੀ ਮਿਹਨਤ ਕਰਕੇ ਉਹਨੂੰ ਸਫਲ ਕਰ ਸਕਦਾ ਹੈ। ਤੋ ਸਰਕਾਰਾਂ ਦਾ ਇੱਕ ਲਿਮਿਟੇਸ਼ਨ ਹੁੰਦੀ ਹੈ ਕਿਉਂਕਿ ਕਿਸੇ ਵੀ ਚੀਜ਼ ਨੂੰ ਉਹਨਾਂ ਨੂੰ ਕਈ ਵਾਰੀ ਬੈਲੈਂਸ ਕਰਨਾ ਪੈਂਦਾ ਚੀਜ਼ਾਂ ਨੂੰ। ਪੰਜਾਬ ਦੇ ਵਿੱਚ ਕਿਸਾਨ ਵਿਕਾਸ ਚੈਂਬਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਔਰ ਉਹਦੇ 'ਚ ਮੈਨੂੰ ਐਗਜ਼ੈਕਟਿਵ ਮੈਂਬਰ ਵੀ ਲਿਆ, ਸੋ ਦੈਟ ਉਹਦੇ 'ਚ ਜਿੰਨੇ ਵੀ ਐਗਜ਼ੈਕਟਿਵ ਮੈਂਬਰ ਨੇ ਹਰ ਇੱਕ ਆਪਣੀ ਫਸਲ ਦਾ ਇੱਕ ਮੋਢੀ ਹੈ। ਪੋਟੈਟੋ ਦੇ ਹਨ, ਹਾਰਟੀਕਲਚਰ ਦੇ ਹਨ, ਇਸ ਤਰ੍ਹਾਂ ਫਿਸ਼ਰੀ ਦੇ ਹਨ, ਮਤਲਬ ਇਸ ਤਰ੍ਹਾਂ ਮੇਰਾ ਸਟੀਵੀਆ ਦੇ ਵਿੱਚੋਂ ਨਾਮ ਚੁਣਿਆ ਗਿਆ ਸੀ। ਤੋ ਕਹਿਣ ਤੋਂ ਭਾਵ ਇਹ ਆ ਵੀ ਸਰਕਾਰਾਂ ਦਾ ਇੱਕ ਡੈਫੀਨੇਟਲੀ ਇੱਕ ਹੁੰਦਾ ਹੈ, ਪਰ ਕਿਸਾਨੀ ਇੱਕ ਐਸੀ ਚੀਜ਼ ਹੈ ਜਿਹਦੇ 'ਚ ਕਿਸਾਨ ਨੂੰ ਖੁਦ ਆਪਣੇ ਆਪ ਹਿੰਮਤ ਮਾਰ ਕੇ ਅੱਗੇ ਆਉਣਾ ਪਏਗਾ ਕਿਉਂਕਿ ਕਿਸਾਨ ਦਾ ਹੱਥ ਹਮੇਸ਼ਾ ਜਿਹੜਾ ਹੈ ਦੇਣ ਵਾਲਾ ਰਿਹਾ ਹੈ ਜੀ। ਕਿਉਂਕਿ ਕਿਸਾਨ ਨੂੰ ਜਦੋਂ ਅਸੀਂ ਉਹ ਸਬਸਿਡੀਆਂ ਦੇ ਜਾਂ ਦੂਸਰੇ ਚੱਕਰ 'ਚ ਉਲਝਾਉਂਦੇ ਹਾਂ ਜਾਂ ਅਸੀਂ ਕਹਿੰਦੇ ਵੀ ਅਸੀਂ ਇੰਨੇ ਪੈਸੇ ਦੇ ਦਿੱਤੇ ਕਿਸਾਨ ਪੈਸੇ ਨਹੀਂ ਮੰਗਦਾ, ਕਿਸਾਨ ਆਪਣੀ ਮਿਹਨਤ ਦਾ ਮੁੱਲ ਮੰਗਦਾ। ਔਰ ਸਰਕਾਰਾਂ ਦਾ ਮਤਲਬ ਕਿਸਾਨ ਵੀ ਇਹੀ ਸਰਕਾਰਾਂ ਤੋਂ ਉਮੀਦ ਕਰਦੇ ਨੇ ਵੀ ਉਹਨਾਂ ਦੀ ਮਿਹਨਤ ਦਾ ਮੁੱਲ ਜਿਹੜਾ ਉਹਨਾਂ ਨੂੰ ਫਸਲ ਦਾ ਮਿਲਣਾ ਚਾਹੀਦਾ ਔਰ ਇਹੀ ਮਤਲਬ ਸਰਕਾਰਾਂ ਦੇ ਵਿੱਚ ਹੈ ਕਿਉਂਕਿ ਹੋਰ ਆਪਣੇ ਆਪ ਹੀ ਸਾਰੀਆਂ ਚੀਜ਼ਾਂ ਇਨਕਰੇਜ ਹੋ ਜਾਣੀਆਂ ਜਦੋਂ ਕਿਸਾਨ ਦੀ ਮਿਹਨਤ ਦਾ ਮੁੱਲ ਫਸਲ ਸਿਰਫ ਕਣਕ ਝੋਨਾ ਨਹੀਂ ਬਾਕੀ ਫਸਲਾਂ ਦੇ ਵਿੱਚ ਜੋ ਵੀ ਉਗਾਉਂਦਾ ਹੈ ਉਹਦਾ ਇਸ ਤਰ੍ਹਾਂ ਦਾ ਸਾਧਨ ਹੋਵੇ ਤਾਂ ਕਿ ਮੰਡੀਕਰਨ ਦੇ ਵਿੱਚ, ਕਿਉਂਕਿ ਕੋਈ ਵੀ ਚੀਜ਼ ਹੈ ਅਗਰ ਪ੍ਰੋਡਿਊਸ ਹੋ ਰਹੀ ਹੈ ਕੰਜ਼ਿਊਮ ਵੀ ਹੋ ਰਹੀ ਹੈ, ਬਿਲਕੁਲ ਜ਼ਿਆਦਾ ਘੱਟ ਕੰਜ਼ਿਊਮ ਨੂੰ ਉਸ ਚੀਜ਼ ਨੂੰ ਬੈਲੈਂਸ ਕਰਨਾ ਹੀ ਸਰਕਾਰ ਦਾ ਕੰਮ। ਬਿਲਕੁਲ, ਮਤਲਬ ਇਹ ਬੈਲੈਂਸਿੰਗ ਮੀਟਰ ਸਰਕਾਰ ਦੇ ਹੱਥ ਹੈ। ਅਗਰ ਜ਼ਿਆਦਾ ਚੀਜ਼ ਪ੍ਰੋਡਿਊਸ ਹੋ ਗਈ ਹੈ ਉਹਨੂੰ ਕਿਸ ਤਰ੍ਹਾਂ ਸਟੋਰ ਕਰਕੇ ਉਹਨੂੰ ਪ੍ਰੀਜ਼ਰਵ ਕਰਨਾ ਜਾਂ ਤਾਂ ਕਿ ਕਿਸਾਨੀ ਤੱਕ ਉਹਦਾ ਨੁਕਸਾਨ ਨਾ ਹੋਵੇ। ਹੁਣ ਜੋ ਵੀ ਨਫਾ ਨੁਕਸਾਨ ਹੈ ਕਿਸਾਨੀ ਤੱਕ ਹੀ ਜਾਂਦਾ। ਬਿਲਕੁਲ, ਜੇ ਫਾਇਦੇ ਤਾਂ ਬਹੁਤ ਘੱਟ, ਸਪਲਾਈ ਤੇ ਡਿਮਾਂਡ ਦਾ ਜਿਹੜੀ ਰੇਸ਼ੋ ਹੁੰਦੀ ਹੈ ਉਹ ਉੱਤੇ ਖਿੜਨਾ ਹੋਣਾ ਚਾਹੀਦਾ ਕਿਤੇ ਨਾ। ਐਗਜ਼ੈਕਟਲੀ, ਕਿਉਂਕਿ ਉਗਾਉਣਾ ਕਿਸਾਨ ਦਾ ਕੰਮ ਹੈ, ਉਹ ਸਪਲਾਈ ਦੀ ਚੇਨ ਨੂੰ ਸੰਭਾਲਣਾ ਸਰਕਾਰ ਦਾ ਕੰਮ। ਮਤਲਬ ਅਲਟੀਮੇਟਲੀ ਜਿਹੜਾ ਹੈ ਨਿਚੋੜ ਇਹੀ ਹੈ। ਇਹ ਚੀਜ਼ਾਂ ਅਗਰ ਬੈਲੈਂਸ ਹੋ ਗਈਆਂ ਔਰ ਹਰ ਚੀਜ਼ ਜਿਹੜੀ ਹੈ ਜਿੰਨੀ ਚਾਹੀਦੀ ਉਨੀ ਪ੍ਰੋਡਿਊਸ ਹੋਵੇ, ਜੇ ਅਸੀਂ ਐਕਸਪੋਰਟ ਕਰਨਾ ਹੈ ਤਾਂ ਐਕਸਪੋਰਟ ਕੁਆਲਿਟੀ ਪ੍ਰੋਡਿਊਸ ਹੋਵੇ, ਇਹ ਚੀਜ਼ਾਂ ਕੰਟਰੋਲ ਕਰਨਾ ਹਰ ਇੱਕ ਕਿਸਾਨ ਦੇ ਵੱਸ ਦੀ ਗੱਲ ਨਹੀਂ ਹੈ, ਇਹ ਕੰਮ ਸਰਕਾਰਾਂ ਦਾ ਹੈ। ਬਸ ਮੇਰੇ ਤੇ ਇਹੀ ਗੁਜ਼ਾਰਿਸ਼ ਹੈ ਕਿ ਸਰਕਾਰਾਂ ਇਹਨਾਂ ਪ੍ਰਤੀ ਅਗਰ ਐਗਰੀਕਲਚਰ ਯੂਨੀਵਰਸਿਟੀਜ਼ ਦੇ ਵਿੱਚ ਇਹਨਾਂ ਚੀਜ਼ਾਂ ਦੀ ਜਗ੍ਹਾ ਕਣਕ ਝੋਨੇ ਤੋਂ ਇਲਾਵਾ ਹੋਰ ਚੀਜ਼ਾਂ ਨੂੰ ਸਪੋਰਟ ਹੋਵੇ, ਇਹ ਚੀਜ਼ਾਂ ਜਿਹੜੀਆਂ ਰਿਕੁਆਇਰਡ ਹੈਗੀਆਂ। ਚਾਈਨਾ ਦੇ ਵਿੱਚ ਵੀ ਮੈਨੂੰ ਮੌਕਾ ਮਿਲਿਆ, ਉਹਨਾਂ ਯੂਨੀਵਰਸਿਟੀ ਦੇ ਵਿੱਚ ਮੈਨੂੰ ਜਾ ਕੇ ਇਹਨਾਂ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ। ਉੱਥੇ ਮੈਂ ਸਿਰਫ ਇੱਕੋ ਹੀ ਫਰਕ ਦੇਖਿਆ ਵੀ ਉਹ ਕੋਈ ਵੀ ਨਵੀਂ ਫਸਲ ਹੈ ਉਸ ਨੂੰ ਐਨਕਰੇਜ ਕਰਦੇ ਹਨ 0 ਤੋਂ ਲੈ ਕੇ 100 ਤੱਕ। ਚਲੋ ਵੀ ਉਹਦੇ 'ਚ ਕਿਹੜੀ ਚੀਜ਼ ਦੀ ਪ੍ਰੋਬਲਮ ਆਉਂਦੀ ਆ, ਉਸ ਚੀਜ਼ ਦਾ ਬਕਾਇਦਾ ਪਲਾਨ ਬਣਦਾ ਹੈ, ਪਾਲਿਸੀ ਬਣਦੀ ਹੈ ਉਸ ਚੀਜ਼ ਦੀ, ਉਹਨੂੰ ਕਿਸ ਤਰ੍ਹਾਂ ਹੱਲ ਕਰਨਾ ਜੀ। ਸਰ, ਇੱਥੇ ਇੱਕ ਸਵਾਲ ਉੱਠਦਾ ਹੈ ਕਿ ਜਦੋਂ ਆਪਾਂ ਨਵੇਂ ਉਪਕਰਨ ਵੱਲ ਵਧਦੇ ਹਾਂ ਤੇ ਕਿਸਾਨਾਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਕਿੰਨਾ ਕੁ ਖਰਚਾ ਆਊਗਾ, ਬੀਜ ਕਿਤੇ ਜ਼ਿਆਦਾ ਮਹਿੰਗਾ ਤਾਂ ਨਹੀਂ ਹੈ। ਇਹ ਜ਼ਰੂਰ ਇੱਕ ਕਲੈਰਿਟੀ ਦੇ ਦਿਓ ਕਿ ਕਿੰਨਾ ਕੁ ਖਰਚਾ ਪਰ ਏਕੜ ਦੇ ਹਿਸਾਬ ਦੇ ਨਾਲ ਇਹਨੂੰ ਜੇਕਰ ਕਿਸੇ ਨੇ ਲਗਾਉਣੀ ਹੋਵੇ, ਕਿਸੇ ਨੇ ਇਹਦੀ ਪੈਦਾਵਾਰ ਕਰਨੀ ਹੋਵੇ ਤਾਂ ਆਉਂਦਾ ਹੈਗਾ। ਇੱਕ ਬਹੁਤ ਮਹੱਤਵਪੂਰਨ ਸਵਾਲ ਹੈ ਕਿਉਂਕਿ ਸਟੀਵੀਆ ਦਾ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਵੀ ਸਟੀਵੀਆ ਦੀ, ਕਿਉਂਕਿ ਇੱਕ ਵਾਰੀ ਇਹਦੀ ਬਿਜਾਈ ਹੁੰਦੀ ਹੈ 5 ਸਾਲ ਵਾਸਤੇ
ਤੇ ਜੇ ਅਸੀਂ ਪੂਰੀ ਕੈਲਕੂਲੇਸ਼ਨ ਕਰੀਏ, ਜੇ 60,000 ਦਾ ਬੀਜ ਇਹਦਾ ਇੱਕ ਸਾਲ ਮਤਲਬ ਇੱਕ ਪਹਿਲੀ ਵਾਰੀ ਲੱਗਦਾ ਹੈ। ਅੱਛਾ ਜੀ। 30,000 ਪੌਦੇ ਲੱਗਦੇ ਨੇ, 2 ਰੁਪਏ ਕੀਮਤ ਹੈ। ਸਬਸਿਡਾਈਜ਼ ਰੇਟ ਤੇ ਅਸੀਂ ਉਹਦੀ 2 ਰੁਪਏ ਪ੍ਰਾਈਸ ਰੱਖੀ ਹੋਈ ਹੈ ਤੇ ਅਸੀਂ ਕਿਸਾਨਾਂ ਕੋਲੋਂ 1 ਰੁਪਈਆ ਲੈਂਦੇ ਹਾਂ, ਬਲਕਿ ਪਹਿਲਾਂ 1 ਰੁਪਈਆ ਅਸੀਂ ਫਸਲ ਅੱਛਾ, ਦੇ ਇਹ ਤੇ ਸਬਸਿਡੀ ਹੈਗੀ ਹੈ? ਹਾਂ, ਠੀਕ ਇਹ ਹੈ ਤੇ ਸਰਕਾਰਾਂ ਵੱਲੋਂ ਸਬਸਿਡੀ ਦਾ ਵੀ ਪ੍ਰੋਵੀਜ਼ਨ ਹੈ ਜੀ। ਤੇ ਉਹ ਵੀ ਮਤਲਬ ਕਿਸਾਨ ਬੈਨੀਫਿਟ ਲੈ ਸਕਦੇ। ਮਤਲਬ ਮੋਟੇ ਤੌਰ ਤੇ ਜੇ ਮੈਂ ਕਹਾਂ ਕਿ ਜੇ ਮੈਂ ਤੁਹਾਨੂੰ 1.5 ਤੋਂ 2 ਲੱਖ ਦੀ ਗ੍ਰੋਸ ਇਨਕਮ ਦੱਸੀ, ਉਹਦੇ ਚੋਂ ਤੁਸੀਂ 60 ਤੋਂ ਲੈ ਕੇ 70,000 ਇਹਦੇ ਖਰਚੇ ਕੱਢ ਦਿਓ, ਉਦੋਂ ਉਹ ਇੱਕ ਸਾਲ ਦੇ ਤੁਸੀਂ ਖਰਚੇ 60 ਤੋਂ 70,000 ਕੱਢ ਲਓ ਟੋਟਲ ਜੀ। ਤਿੰਨਾਂ ਫਸਲਾਂ ਦੇ, ਜੋ ਕਿ ਇੱਕ ਆਮ ਜੋ ਅਸੀਂ ਕਣਕ ਝੋਨਾ ਵੀ ਬੀਜਦੇ ਆ, ਜਾਂ ਅਸੀਂ ਫੋਰ ਐਗਜ਼ਾਮਪਲ ਮੈਂ ਕਮਾਦ ਦੀ ਗੱਲ ਕਰਾਂ, ਜੀ ਕਮਾਦ ਦੇ ਵਿੱਚ ਇੱਕ ਕਿਸਾਨ ਜਦੋਂ ਕਮਾਦ ਬੀਜ ਲੈਂਦਾ ਤਾਂ ਉਸ ਦਾ ਜੋ ਉਸਦਾ ਵਾਪਸ ਉਸਨੂੰ ਪੈਸਾ ਆਉਂਦਾ ਹੈ ਲਗਭਗ, ਕਿਉਂਕਿ 12 ਮਹੀਨੇ ਦੀ ਤਾਂ ਫਸਲ ਹੀ ਹੈ ਪਹਿਲਾਂ, 12 ਮਹੀਨੇ ਤੋਂ ਬਾਅਦ ਉਹਦੇ 12 ਮਹੀਨੇ ਉਹਦੀ ਇਨਵੈਸਟਮੈਂਟ ਆ, ਪੈਸੇ ਉਹਨੇ ਲਾਈ ਜਾਣੇ ਆ ਜੀ, ਚਾਹੇ ਲੇਬਰ ਤੇ ਹੈ, ਫਰਟੀਲਾਈਜ਼ਰ ਤੇ, ਜੋ ਦੀ ਇਨਵੈਸਟਮੈਂਟ ਆ। ਫਿਰ ਜਦੋਂ ਉਹਨੇ ਕਮਾਦ ਜਿਹੜਾ ਮਿਲ ਦੇ ਵਿੱਚ ਸੁੱਟ ਵੀ ਦਿੱਤਾ ਤਾਂ ਉਸ ਤੋਂ 6 ਮਹੀਨੇ ਤੋਂ ਪਹਿਲਾਂ ਉਹਦੀ ਵਾਪਸੀ ਨਹੀਂ ਆਉਂਦੀ ਉਹਦੇ ਪੈਸੇ ਦੀ। ਕਹਿਣ ਤੋਂ ਭਾਵੇਂ ਵੀ 1.5 ਸਾਲ ਉਹਦੀ ਇਨਵੈਸਟਮੈਂਟ ਹੀ ਹੈ, ਜਿਹਦੇ ਤੇ ਉਹ ਬੈਂਕਾਂ ਤੇ ਕਰਜ਼ਿਆਂ ਤੇ ਵਿਆਜ ਵੀ ਉਹਦੇ ਕਰਦੇ ਰਹਿੰਦੇ ਹਨ। ਤੋ ਸਟੀਵੀਆ ਦਾ ਜਿੱਦਾਂ ਹੀ ਸਭ ਤੋਂ ਮੋਟਾ ਫਾਇਦਾ ਇਹ ਵੀ ਇਹਦੀ 3 ਮਹੀਨੇ ਬਾਅਦ ਫਸਲ ਤਿਆਰ ਆ, ਔਰ ਕੈਸ਼ ਕ੍ਰੌਪ ਹੈ। 3 ਮਹੀਨੇ ਬਾਅਦ ਹੀ ਉਹਦੇ ਪੈਸੇ ਜਿਹੜੇ ਘਰ ਜਾਣੇ ਸ਼ੁਰੂ ਹੋ ਜਾਂਦੇ ਆ। ਤੋ ਇਹ ਉਸ ਪੁਆਇੰਟ ਆਫ ਵਿਊ ਨਾਲ ਵੀ ਇਹਦਾ ਇੱਕ ਜਿਹੜਾ ਹੈ ਬਾਕੀ ਕੰਪੈਰੀਟਿਵਲੀ ਬਾਕੀਆਂ ਫਸਲਾਂ ਨਾਲੋਂ ਕਾਫੀ ਬੈਨੀਫਿਟ ਹੈ। ਤੋ ਮੋਟੇ ਤੌਰ ਦੇ ਉੱਤੇ ਜੇ ਕਹਿੰਦੇ ਵੀ ਮੈਂ ਕਿਸਾਨਾਂ ਨੂੰ ਇੱਕ ਐਡਵਾਈਸ ਕਰਦਾ, ਕੋਈ ਵੀ ਫਸਲ ਹੈ, ਚਾਹੇ ਉਹ ਸਟੀਵੀਆ, ਚਾਹੇ ਕੋਈ ਵੀ ਨਵੀਂ ਫਸਲ ਟਰਾਈ ਕਰਨੀ, ਸਭ ਤੋਂ ਪਹਿਲਾਂ ਉਹਨੂੰ ਇੱਕ ਟ੍ਰਾਇਲ ਬੇਸਿਸ ਤੇ ਥੋੜੇ ਹੀ ਰੇਸ ਟਰਾਈ ਕਰੋ ਆਪਣੇ ਏਰੀਆ ਦੇ ਵਿੱਚ, ਔਰ ਉਹਨੂੰ ਉਸ ਚੀਜ਼ ਨੂੰ ਆਪਣੇ ਹੱਥਾਂ ਨਾਲ ਕਾਮਯਾਬ ਕਰਕੇ ਫਿਰ ਉਹਨੂੰ ਜਿੰਨਾ ਤੁਸੀਂ 1 ਏਕੜ 10 ਏਕੜ 50 ਏਕੜ ਜਿੰਨਾ ਮਰਜ਼ੀ ਕਰ ਸਕਦੇ। ਕਿਸੇ ਦੀ ਸੁਣੇ ਸੁਣਾਈ ਗੱਲ ਦੇ ਵਿੱਚ ਵਿਸ਼ਵਾਸ ਨਾ ਕਰੋ, ਆਪਣੇ ਜੋ ਤੁਹਾਡੀ ਜ਼ਮੀਨ ਦੀ ਕੁਆਲਿਟੀ ਹੈ, ਪਾਣੀ ਦੀ ਕੁਆਲਿਟੀ ਹੈ, ਤੁਹਾਡੀ ਮਿਹਨਤ ਹੈ, ਉਸ ਚੀਜ਼ ਦੇ ਉੱਤੇ ਵਿਸ਼ਵਾਸ ਕਰੋ। ਔਰ ਇਹ ਗੱਲ ਹੈ ਵੀ ਬਾਕੀ ਫਸਲਾਂ ਨਾਲੋਂ ਸਟੀਵੀਆ ਦੀ ਫਸਲ ਦੇ ਵਿੱਚ ਇੱਕ ਕਹਿ ਲਓ ਵੀ ਉਹ ਮੌਜੂਦ ਹੈ ਚੀਜ਼ ਵੀ, ਇਹ ਕਿਉਂਕਿ ਕਣਕ ਦੇ ਵਿੱਚ ਅਸੀਂ ਜਿੰਨੇ ਮਰਜ਼ੀ ਮਿਹਨਤ ਕਰ ਲਈਏ 30,000 ਨੂੰ ਅਸੀਂ 60,000 ਤੱਕ 80,000 ਤੱਕ ਨਹੀਂ ਲਿਜਾ ਸਕਦੇ ਜੀ। ਝੋਨੇ ਨੂੰ ਅਸੀਂ ਜੇ 20 ਕੁਇੰਟਲ ਉਹਦੀ ਪ੍ਰੋਡਕਸ਼ਨ ਆ ਤੇ ਅਸੀਂ 20 ਤੋਂ 50 ਕੁਇੰਟਲ 100 ਕੁਇੰਟਲ ਨਹੀਂ ਕਰ ਸਕਦੇ, ਉਹਦੇ ਨਾਲ ਆਮਦਨ ਨਹੀਂ ਵੱਧ ਸਕਦੀ। ਪਰ ਸਟੀਵੀਆ ਦੇ ਵਿੱਚ ਇਹ ਹੈ ਵੀ ਜੇ ਅਸੀਂ ਇਹਦੇ ਵਿੱਚ ਮਿਹਨਤ ਕੀਤੀ ਹੈ ਔਰ ਸਾਨੂੰ ਫਸਲ ਸਹੀ ਮਿਲ ਗਈ ਹੈ ਤਾਂ ਰੇਟ, ਇੰਟਰਨੈਸ਼ਨਲ ਰੇਟ ਅੱਜ ਦੀ ਡੇਟ 'ਚ $2 ਤੋਂ ਲੈ ਕੇ $3 ਇਹਦਾ ਬੜੇ ਆਰਾਮ ਨਾਲ ਮਿਲਦਾ ਹੈ। ਔਰ ਬਾਹਰਲੇ ਮੁਲਕ ਵੀ ਪੰਜਾਬ ਵੱਲ ਦੇਖ ਰਹੇ ਹਨ, ਕਿਉਂਕਿ ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ ਜਿੱਥੇ ਇਹ ਸਟੀਵੀਆ ਪ੍ਰੋਡਿਊਸ ਹੋ ਸਕਦਾ ਹੈ ਜੀ। ਜਾਪਾਨ ਆਲਰੇਡੀ ਕੰਜ਼ਿਊਮਰ ਹੈ ਇਹਨਾਂ ਚੀਜ਼ਾਂ ਦਾ, ਪਰ ਉੱਥੇ ਉਹਨਾਂ ਕੋਲ ਖੇਤੀ ਕਰਨ ਲਈ ਜਗ੍ਹਾ ਨਹੀਂ ਹੈ। ਮਤਲਬ ਇੱਕ ਪੰਜਾਬ ਜਿਹੜਾ ਹੈ ਇੱਕ ਸੈਂਟਰ ਹੋ ਸਕਦਾ ਹੈ ਇਹਨਾਂ ਚੀਜ਼ਾਂ ਨੂੰ ਪ੍ਰੋਡਿਊਸ ਕਰਕੇ ਬਾਹਰ ਐਕਸਪੋਰਟ ਕਰਨ ਲਈ। ਇਹਦੀ ਐਕਸਪੋਰਟ ਦੀ ਬਹੁਤ ਜ਼ਿਆਦਾ ਡਿਮਾਂਡ ਹੈ। ਇੱਕ ਅਨੁਮਾਨ ਮੁਤਾਬਕ ਅਗਰ ਆਯੂਸ਼ ਦੀ ਅਸੀਂ ਗੱਲ ਕਰੀਏ, ਕਿਉਂਕਿ ਮਿਨਿਸਟਰੀ ਆਫ ਆਯੂਸ਼ ਹੈ ਜੋ ਆਯੁਰਵੇਦ ਨਾਲ ਸੰਬੰਧਿਤ ਹੈ, ਉਹਨਾਂ ਦੀ ਵੈਬਸਾਈਟ ਦੇ ਉੱਤੇ 200 ਮੈਡੀਸਿਨ ਪਲਾਂਟ ਦੀ ਅਗਰ ਗੱਲ ਕਰਦੇ ਆ ਤੇ ਉਹਦੇ ਚ ਸਿਰਫ ਸਟੀਵੀਆ ਨੂੰ ਐਕਸਪੋਰਟ ਓਰੀਐਂਟਡ ਜਿਹੜਾ ਹੈ ਨਾਮ ਦਿੱਤਾ ਗਿਆ ਹੈ ਵੀ ਇਹ ਐਕਸਪੋਰਟ ਦਾ ਬਹੁਤ ਹੀ ਜ਼ਿਆਦਾ ਇਹਦਾ ਬੈਨੀਫਿਟ ਜੀ। ਇੱਕ ਦੋ ਸਰ ਚੀਜ਼ਾਂ ਹੋਰ ਆਪਾਂ ਕਲੈਰਿਟੀ ਲੈਣੀ ਹੈ ਕਿ ਤੁਹਾਡੇ ਨਾਲ ਕਿੰਨੇ ਕੁ ਕਿਸਾਨ ਜੁੜੇ ਨੇ, ਪੰਜਾਬ ਦੇ ਵਿੱਚ ਕਿੰਨੀ ਕੁ ਖੇਤੀ ਇਹਦੇ ਬਾਬਤ ਹੋ ਰਹੀ ਹੈ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਭਵਿੱਖ ਕੀ ਦੇਖਦੇ ਹੋ। ਪਰ ਸਮਾਂ ਸਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇਸੇ ਵਾਰਤਾਲਾਪ ਨੂੰ ਅੱਗੇ ਵਧਾਉਂਦੇ ਹਾਂ ਸਰ। ਜੀ ਹਾਂ ਦਰਸ਼ਕੋ, ਸਮਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇਸੇ ਚਰਚਾ ਦੇ ਵਿੱਚ ਜਾਣਕਾਰੀ ਹਾਸਲ ਕਰਾਂਗੇ ਕਿ ਪੰਜਾਬ ਦੇ ਵਿੱਚ ਕਿੰਨੀ ਕੁ ਖੇਤੀ ਇਹਦੇ ਬਾਬਤ ਹੋ ਰਹੀ ਹੈ ਤੇ ਇਨ ਫਿਊਚਰ ਦੇ ਵਿੱਚ ਇਸ ਫਸਲ ਦੇ ਬਾਬਤ ਕੀ ਪੰਜਾਬ ਦੇ ਕਿਸਾਨ ਆਸ ਰੱਖ ਸਕਦੇ ਆ ਕਿ ਉਹਨਾਂ ਦੇ ਲਈ ਵੱਡਾ ਮੁਨਾਫਾ ਜਿਹੜੀ ਫਸਲ ਹੈ ਲੈ ਕੇ ਆਵੇਗੀ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਓਪਨ ਪਲੇਟਫਾਰਮ ਦੇ ਵਿੱਚ। ਅਸੀਂ ਚਰਚਾ ਕਰ ਰਹੇ ਹਾਂ ਕਿਸਾਨਾਂ ਦੀ ਤਬਦੀਲੀ ਦੇ ਲਈ, ਚਰਚਾ ਕਰ ਰਹੇ ਹਾਂ ਇੱਕ ਨਵੀਂ ਫਸਲ ਦੇ ਲਈ ਜਿਸ ਦਾ ਨਾਮ ਹੈ ਮਿੱਠੀ ਤੁਲਸੀ ਯਾਨੀ ਕਿ ਸਟੀਵੀਆ। ਮੇਰੇ ਨਾਲ ਮੌਜੂਦ ਨੇ ਰਾਜਪਾਲ ਸਿੰਘ ਗਾਂਧੀ ਜੀ। ਗਾਂਧੀ ਸਾਹਿਬ, ਆਪਾਂ ਹੁਣ ਇਹ ਚਰਚਾ ਕਰ ਲਈ ਕਿ ਇਸ ਨੂੰ ਉਗਾਇਆ ਕਿੱਦਾਂ ਜਾ ਸਕਦਾ ਹੈ, ਕਿਸਾਨਾਂ ਦੇ ਮੁਨਾਫੇ ਦੀ ਗੱਲ ਕਰ ਲਈ, ਇਹਦੀ ਕਾਸਟਿੰਗ ਦੀ ਗੱਲ ਕਰ ਲਈ। ਤੁਸੀਂ ਜਦੋਂ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਕਿੰਨੇ ਕੁ ਕਿਸਾਨ ਨੇ ਜਿਹੜੇ ਤੁਹਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ? ਪੰਜਾਬ ਦੇ ਵਿੱਚ ਮੇਰੇ ਨਾਲ ਗੁਰਦਾਸਪੁਰ ਤੋਂ, ਪਠਾਨਕੋਟ ਤੋਂ, ਲੁਧਿਆਣਾ ਏਰੀਆ ਦੇ ਵਿੱਚ, ਈਵਨ ਸ਼ਿਵਾਲਿਕ ਫੁਟੇਲਸ ਜਿਹੜਾ ਕੰਢੀ ਏਰੀਆ ਹੈ ਇਸ ਦੇ ਨਾਲ ਕਾਫੀ ਕਿਸਾਨ ਮੇਰੇ ਨਾਲ ਜੁੜੇ ਹੋਣ। ਇਸ ਤੋਂ ਇਲਾਵਾ ਮੇਰੇ ਨਾਲ ਮੱਧ ਪ੍ਰਦੇਸ਼ ਦੇ ਕਿਸਾਨ ਜੁੜੇ ਹੋਏ ਹਨ, ਮਹਾਰਾਸ਼ਟਰ ਦੇ ਕਿਸਾਨ ਜੁੜੇ ਹੋਏ ਹਨ ਜੋ ਸਾਨੂੰ ਇੱਥੋਂ ਉਗਾ ਕੇ ਸਾਨੂੰ ਇੱਥੇ ਮਟੀਰੀਅਲ ਸਾਨੂੰ ਜਿਹੜੇ ਸੁੱਕੇ ਪੱਤੇ ਹਨ ਇਹਦੇ ਸਪਲਾਈ ਕਰਦੇ ਹਨ। ਇੱਕ ਸਭ ਤੋਂ ਜਿਹੜਾ ਦਾ ਪਲੱਸ ਪੁਆਇੰਟ ਕਿਸਾਨਾਂ ਵਾਸਤੇ ਹੈ ਕਿ ਜਿਸ ਤਰ੍ਹਾਂ ਕਮਾਦ ਜਦੋਂ ਅਸੀਂ ਵੱਢ ਲੈਂਦੇ ਹਾਂ ਤਾਂ ਉਹਨੂੰ ਮਿਲ ਦੇ ਵਿੱਚ 2 ਜਾਂ 3 ਦਿਨ ਦੇ ਵਿੱਚ ਪਹੁੰਚਾਉਣਾ ਪੈਂਦਾ, ਕਿਉਂਕਿ ਜੇ ਲੇਟ ਹੋ ਜਾਵੇ ਉਹਦੇ ਚ ਖੰਡ ਦੀ ਪ੍ਰੋਡਕਸ਼ਨ ਘੱਟ ਜਾਂਦੀ ਹੈ, ਸੀਰੇ ਦੀ ਪ੍ਰੋਡਕਸ਼ਨ ਜ਼ਿਆਦਾ ਹੋ ਜਾਂਦੀ ਜੀ। ਉਹਦੇ ਮੁਕਾਬਲੇ ਅਗਰ ਸਟੀਵੀਆ ਦੇ ਪੱਤੇ ਸੁਕਾ ਕੇ ਅਸੀਂ ਪੋਲੀ ਪੈਕ ਕਰ ਲੈਂਦੇ ਹਾਂ, ਉਹਨੂੰ ਸੀਲ ਕਰਕੇ ਰੱਖ ਲੈਂਦੇ ਹਾਂ,
ਤਾਂ ਇਸ ਨੂੰ ਅਸੀਂ 2 ਮਹੀਨੇ 4 ਮਹੀਨੇ 6 ਮਹੀਨੇ ਸਾਲ 2 ਸਾਲ ਤੱਕ ਵੀ ਅਸੀਂ ਰੂਮ ਟੈਂਪਰੇਚਰ ਦੇ ਵਿੱਚ ਬਿਨਾਂ ਕੋਲਡ ਸਟੋਰੇਜ ਤੋਂ ਅਸੀਂ ਪ੍ਰੀਜ਼ਰਵ ਕਰਕੇ ਰੱਖ ਸਕਦੇ ਹਾਂ। ਅੱਛਾ ਜੀ। ਮਤਲਬ ਕਿਸਾਨਾਂ ਨੂੰ ਇਹਦੀ ਨੱਠ ਭੱਜ ਨਹੀਂ ਹੁੰਦੀ ਵੀ ਹੁਣੇ ਫਸਲ ਵੱਢ ਲਈ ਤੇ ਹੁਣੇ ਅਸੀਂ ਮੰਡੀ 'ਚ ਸੁੱਟ ਕੇ ਆਉਣਾ। तो ਇਹਦੇ 'ਚ ਇਹ ਵੀ ਉਹਨਾਂ ਦੀ ਅਗਰ ਕੈਪੈਸਿਟੀ ਹੈ ਸਟੋਰ ਕਰ ਸਕਦੇ ਹੈ ਔਰ ਕੰਟਰੈਕਟ ਦੇ ਉੱਤੇ ਉਹਨਾਂ ਨੂੰ ਜੋ ਪ੍ਰਾਈਸ ਮਿਲ ਰਹੀ ਉਹ ਜੇ ਉਹਨਾਂ ਨੂੰ ਉਮੀਦ ਆ ਵੀ ਵੱਧ ਮਿਲਣਦੀ ਹੈ ਤਾਂ ਸਟੋਰ ਕਰਕੇ ਇਹਨੂੰ ਆਪਣੇ ਭਾਅ ਦੇ ਮਨ ਚਾਹੇ ਭਾਅ ਤੇ ਵੀ ਵੇਚ ਸਕਦੇ ਹਨ। ਕਿਉਂਕਿ ਫਸਲ ਇਹ ਆਮ ਤੌਰ ਤੇ ਸਾਡੇ ਕੋਲ ਇਸ ਤਰ੍ਹਾਂ ਦੀ ਫਸਲ ਅਸੀਂ ਪੈਕ ਕਰਕੇ ਤਜਰਬੇ 'ਚ ਰੱਖੀ ਹੈ ਵੀ 7-7 ਸਾਲ ਤੱਕ ਅਸੀਂ ਪੈਕ ਕੀਤੀ ਹੋਈ ਹੈ ਔਰ ਮੋਇਸਚਰ ਤੋਂ ਫ੍ਰੀ ਰੱਖਿਆ ਉਹਨੂੰ ਟਰਾਈਡ ਪੈਕ ਕਰਕੇ ਤੇ ਇਹਦੀ ਸ਼ੈਲਫ ਲਾਈਫ ਬਹੁਤ ਹੈ ਇਸ ਸੁੱਕੇ ਪੱਤਿਆਂ ਦੀ ਜੀ। तो ਕਹਿਣ ਤੋਂ ਭਾਵ ਇਹ ਆ ਵੀ ਇਹ ਵੀ ਇੱਕ ਪਲੱਸ ਪੁਆਇੰਟ ਹੈ ਵੀ ਕਿਸਾਨੀ ਦੇ ਵਿੱਚ ਜਦੋਂ ਹੁਣ ਸਬਜ਼ੀ ਉਗਾ ਲਈ ਹੈ ਤਾਂ ਸਾਨੂੰ ਸੇਮ ਡੇ ਮੰਡੀ 'ਚ ਲਿਜਾਣੀ ਪੈਂਦੀ ਹੈ, ਨਹੀਂ ਤਾਂ ਪੈਰੀਸ਼ੇਬਲ ਆਈਟਮ। ਪਰ ਇਹਦੇ ਵਿੱਚ ਗਾਂਧੀ ਸਰ ਆਪਣੇ ਕਿਸਾਨ ਦੀ ਜੋ ਸਥਿਤੀ ਹੈ ਨਾ ਉਹ ਕੋਈ ਬਾਹਲੀ ਵਧੀਆ ਨਹੀਂ ਆਪਾਂ ਕਹਿ ਲਈਏ, ਕਿਉਂਕਿ ਕਿਸਾਨ ਨੂੰ ਤਾਂ ਹੁੰਦਾ ਵੀ ਫਸਲ ਵੱਢੀ ਉਹਦੇ ਹੱਥ ਦੇ ਵਿੱਚ ਜਲਦੀ ਜਿਹੜਾ ਕਿਉਂਕਿ ਜਿਹੜਾ ਉਹਦਾ ਮੁਨਾਫਾ ਹੈ ਜਿਹੜਾ ਉਹਨੇ ਵੇਚਣੀ ਹੈ ਫਸਲ ਉਹਦਾ ਮੁਨਾਫਾ ਉਹਦੇ ਹੱਥ ਦੇ ਵਿੱਚ ਆ ਜਾਏ, ਕਿਉਂਕਿ ਬਾਕੀ ਦੇ ਕੰਮ ਵੀ ਬਹੁਤ ਜ਼ਿਆਦਾ ਕਰਨੇ ਹੁੰਦੇ ਨੇ ਜਿਹੜੇ ਡਿਪੈਂਡੈਂਟ ਨੇ ਕਿਸਾਨ ਤੇ ਬਹੁਤ ਜ਼ਿਆਦਾ ਸਾਧਨ ਨਹੀਂ ਹੈ। ਇਹਦੇ ਵਿੱਚ ਇੱਕ ਚੀਜ਼ ਮੈਨੂੰ ਕਲੈਰਿਟੀ ਕਰਿਓ ਕਿ ਪੰਜਾਬ ਦੀ ਗੱਲ ਕਰੀਏ ਤਾਂ ਕਿੰਨੇ ਕੁ ਏਕੜ ਜਿਹੜੀ ਫਸਲ ਹੈ ਇਸ ਦੀ ਹੋ ਰਹੀ ਹੈ ਪੰਜਾਬ ਦੇ ਵਿੱਚ? ਪੰਜਾਬ ਦੇ ਵਿੱਚ ਅਸੀਂ ਜੇ ਕੁੱਲ ਮੰਨੀਏ ਤਕਰੀਬਨ 500-700 ਏਕੜ ਤਾਂ ਇਹਦੇ 'ਚ ਸਾਡੇ ਨਾਲ ਜੁੜੇ ਕਿਸਾਨ ਜਿਹੜੇ ਨੇ ਆ ਗਿਆ ਜਿਹੜੇ, ਕਿਉਂਕਿ ਇੱਕ ਰੀਸੈਂਟਲੀ ਕੰਢੀ ਏਰੀਆ ਦੇ ਵਿੱਚ ਸਿਰਫ ਇੱਕ ਕਿਸਾਨ ਨੇ ਹੀ ਤਕਰੀਬਨ 100 ਏਕੜ ਇੱਕੋ ਜਗ੍ਹਾ ਦੇ ਉੱਤੇ ਇਹਦੀ ਫਾਰਮਿੰਗ ਕੀਤੀ। ਅੱਛਾ। ਹਾਂਜੀ, ਉਹਨੇ ਫਿਰ ਆਲੇ ਦੁਆਲੇ ਉਹਨੇ ਜ਼ਮੀਨ ਕਿਰਾਏ ਤੇ ਲੈਣੀ ਸ਼ੁਰੂ ਕਰ ਦਿੱਤੀ ਕੰਢੀ ਏਰੀਆ, ਕਿਉਂਕਿ ਕੰਢੀ ਏਰੀਆ ਦੇ ਵਾਸਤੇ ਸਭ ਤੋਂ ਬੈਸਟ ਸੋਇਲ ਹੈਗੀ ਆ ਸੈਂਡੀ ਲੋਮ, ਜਿਹਦੇ 'ਚ ਪਾਣੀ ਬਰਸਾਤ ਦਾ ਪਾਣੀ ਜਿਹੜਾ ਰੁਕਦਾ ਨਹੀਂ ਕਿਉਂਕਿ ਇਹਦੀ ਪਾਣੀ ਦੀ ਡਿਮਾਂਡ ਆਪਣੀ ਘੱਟ ਹੈ, ਇਸ ਕਰਕੇ ਇਹ ਉੱਥੇ ਇਹ ਸੋਇਲ ਸਭ ਤੋਂ ਬੈਸਟ ਹੈ ਜਿਨ੍ਹਾਂ 'ਚ ਪਾਣੀ ਨਹੀਂ ਰੁਕਦਾ। ਕੰਢੀ ਏਰੀਆ ਸਭ ਤੋਂ ਬੈਸਟ ਏਰੀਆ ਹੈ। ਅਸੀਂ ਇਹਨੂੰ ਇਸ ਏਰੀਆ 'ਚ ਕਾਫੀ ਪ੍ਰਮੋਟ ਕਰ ਰਹੇ ਹਾਂ ਕੰਢੀ ਏਰੀਆ ਦੇ ਵਿੱਚ, ਕਿਉਂਕਿ ਇਹਦੇ ਪਾਣੀ ਦੀ ਲਾਗਤ ਵੀ ਘੱਟ ਹੈ ਔਰ ਕੰਢੀ ਏਰੀਆ 'ਚ ਵੈਸੇ ਵੀ ਪਾਣੀ ਜਿਹੜਾ ਹੈ ਉਹ ਵੈਸੇ ਹੀ ਪਰਮਾਤਮਾ ਨੂੰ ਥੋੜੀ ਘੱਟ ਹੈਗਾ। ਜਦੋਂ ਕੁਦਰਤੀ ਬਰਸਾਤਾਂ ਪੈਂਦੀਆਂ ਨੇ ਤੇ ਬਰਸਾਤਾਂ ਦੇ ਨਾਲ ਇਹ ਫਿਰ ਖਰਾਬ ਹੋਣ ਦੇ ਕਿੰਨੇ ਕੁ ਚਾਂਸਸ ਹੋ ਜਾਂਦੇ ਨੇ? ਇਸ ਫਸਲ ਦਾ ਜਿਹੜਾ ਹੈ ਅਗਰ ਜ਼ਿਆਦਾ ਬਾਰਿਸ਼ ਹੋ ਵੀ ਜਾਵੇ ਇੱਕ ਮਿੰਟ ਵਾਸਤੇ, ਕਿਉਂਕਿ ਇਹਦੀ ਵੈਸੇ ਫਸਲ ਦਾ ਜਿਹੜਾ ਸਾਈਕਲ ਹੈ ਇਸ ਤਰ੍ਹਾਂ ਦਾ ਹੈ, ਫਰਵਰੀ 'ਚ ਬਿਜਾਈ ਕਰਕੇ ਅਸੀਂ ਮਈ 'ਚ ਇਹਦੀ ਕਟਿੰਗ ਲੈ ਲੈਂਦੇ ਹਾਂ ਔਰ ਮਈ ਤੋਂ ਬਾਅਦ ਸੈਕਿੰਡ ਕਟਿੰਗ ਸਾਡੀ ਜਿਹੜੀ ਬਰਸਾਤ ਤੋਂ ਪਹਿਲਾਂ ਆ ਜਾਂਦੀ ਹੈ ਜੀ। ਔਰ ਬਰਸਾਤ ਦੇ ਵਿੱਚ ਕਿਉਂਕਿ ਇਹਦੀ ਕਟਿੰਗ ਨਹੀਂ ਹੁੰਦੀ ਇਸ ਕਰਕੇ ਇਹਦਾ ਕੋਈ ਖਤਰੇ ਵਾਲੀ ਗੱਲ ਨਹੀਂ। ਬਰਸਾਤ ਤੋਂ ਬਾਅਦ ਫਿਰ ਜਦੋਂ ਬਰਸਾਤ ਖਤਮ ਹੋ ਜਾਂਦੀ ਹੈ ਸਤੰਬਰ ਅਕਤੂਬਰ ਦੇ ਵਿੱਚ ਇਹਦੀ ਤੀਜੀ ਕਟਿੰਗ ਆਉਂਦੀ ਹੈ। ਉਹ ਕਹਿਣ ਤੋਂ ਭਾਵ ਇਹਦਾ ਕ੍ਰੌਪ ਸਾਈਕਲ ਹੀ ਇਹਦਾ ਇਸ ਤਰ੍ਹਾਂ ਹੈ ਜਿਹੜਾ ਬਰਸਾਤ ਦੇ ਨਾਲ ਇਹਦਾ ਸੰਬੰਧਿਤ ਨਹੀਂ ਹੈ ਵੀ ਇਹਦਾ ਨੁਕਸਾਨ ਹੋਣ ਦਾ ਕੋਈ ਚਾਂਸ ਨਹੀਂ ਹੁੰਦਾ ਇਹਦਾ ਕੋਈ ਜੀ। ਔਰ ਸਭ ਤੋਂ ਅਹਿਮ ਸਵਾਲ ਕਿ ਜੇਕਰ ਕਿਸਾਨ ਤੁਹਾਡੇ ਆਪਣੇ ਇਸ ਪ੍ਰੋਗਰਾਮ ਨੂੰ ਦੇਖ ਕੇ ਤੁਹਾਡੇ ਨਾਲ ਸੰਪਰਕ ਕਰਨਾ ਚਾਹੋ, ਤੁਹਾਡਾ ਨੰਬਰ ਕੀ ਹੈ ਤੇ ਕੀ ਤੁਸੀਂ ਗਾਈਡੈਂਸ ਦਿਓਗੇ ਕਿਸਾਨ ਨੂੰ ਤਾਂ ਜੋ ਇਸ ਖੇਤੀ ਦੇ ਵੱਲੋਂ ਵੱਧ ਸਕੇ, ਵੱਡਾ ਲਾਹਾ ਲੈ ਸਕੇ? ਬਿਲਕੁਲ, ਅਸੀਂ ਕਿਸਾਨਾਂ ਨੂੰ ਹੁਣ ਬਿਲਕੁਲ ਸ਼ੁਰੂ ਤੋਂ ਸਾਡਾ ਹੈ ਵੀ ਕਿਸਾਨਾਂ ਨੂੰ ਜੋ ਵੀ ਦੀ ਨੌਲੇਜ ਗਾਈਡੈਂਸ ਲੈਣੀ ਹੈ ਅਸੀਂ ਬਿਲਕੁਲ ਫ੍ਰੀ ਪ੍ਰੋਵਾਈਡ ਕਰਦੇ ਹਾਂ। ਆਪਣੇ ਫਾਰਮ ਤੇ ਉਹਨਾਂ ਨੂੰ ਇਹਦੀ ਵਿਜ਼ਿਟ ਕਰਵਾ ਕੇ ਉਹਨਾਂ ਨੂੰ ਟਰਾਇਲ ਵਾਸਤੇ ਅਸੀਂ ਸੀਡ ਵੀ ਦਿੰਦੇ ਹਾਂ, ਪਲਾਂਟੇਸ਼ਨ ਵੀ ਦਿੰਦੇ ਹਾਂ ਤਾਂ ਕਿ ਪਹਿਲਾਂ ਉਹ ਟਰਾਈ ਕਰਨ ਆਪਣੇ। ਉਸ ਤੋਂ ਬਾਅਦ ਅਸੀਂ ਕਿਉਂਕਿ ਕੁਝ ਸਮਾਂ ਪਹਿਲਾਂ ਅਸੀਂ ਕਾਫੀ ਕਿਸਾਨਾਂ ਨਾਲ ਸਿੱਧੇ ਜੁੜੇ ਹੋਏ ਸੀ, ਹੁਣ ਸਾਡੀ ਕਿਉਂਕਿ ਜ਼ਰੂਰਤ ਦਿਨ ਪਰ ਦਿਨ ਵੱਧ ਰਹੀ ਹੈ, ਅਸੀਂ ਏਜੰਸੀ ਨੈਟਵਰਕ ਦੇ ਥਰੂ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਇੱਕ ਏਰੀਆ 'ਚ ਇੱਕ ਸਫਲ ਕਿਸਾਨ ਹੈ ਅਸੀਂ ਉਹਨੂੰ ਆਪਣਾ ਇੱਕ ਸੈਂਟਰ ਬਣਾ ਲੈਂਦੇ ਹਾਂ, ਕਲੈਕਸ਼ਨ ਸੈਂਟਰ ਬਣਾ ਲੈਂਦੇ ਹਾਂ ਔਰ ਬਾਕੀ ਕਿਸਾਨਾਂ ਨੂੰ ਐਡਵਾਈਸ ਕਰਦੇ ਹਾਂ ਤੁਸੀਂ ਉਹਦੇ ਨਾਲ ਜੁੜ ਜਾਓ ਔਰ ਉਹ ਜਿੰਨੀ ਵੀ ਉੱਥੇ ਫਸਲ ਹੋਏਗੀ ਅਸੀਂ ਸਾਰੀ ਚੁੱਕ ਕੇ ਲਿਆਵਾਂਗੇ। ਔਰ ਜਦੋਂ ਮੈਂ ਫਸਲ ਚੁੱਕਣ ਦੀ ਗੱਲ ਕੀਤੀ ਤੇ ਕਿਸਾਨੀ ਨਾਲ ਇੱਕ ਨਾਲ ਜੁੜੀ ਹੋਈ ਹੈ, ਜਦੋਂ ਵੀ ਫਸਲ ਤਿਆਰ ਹੁੰਦੀ ਹੈ ਤੇ ਆਮ ਤੌਰ ਤੇ ਅਸੀਂ ਕਿਸਾਨ ਨੂੰ ਇਹ ਕਹਿੰਦੇ ਹੋ ਸੁਣਦੇ ਹਾਂ ਵੀ ਮੈਂ ਫਸਲ ਸੁੱਟ ਕੇ ਆਇਆ ਮੰਡੀ ਦੇ ਵਿੱਚ। ਤਾਂ ਮਤਲਬ ਹੁਣ ਅਸੀਂ ਜੇ ਦੂਜੇ ਪਾਸੇ ਧਾਰਨਾ ਦੇਖੀਏ ਵੀ ਕਿਹੜੀ ਚੀਜ਼ ਇਨਸਾਨ ਸੁੱਟਦਾ ਹੈ ਜਿਹਦਾ ਉਹਨੂੰ ਜਾਂ ਤਾਂ ਪ੍ਰੋਪਰ ਮੁੱਲ ਨਹੀਂ ਮਿਲਦਾ ਜਾਂ ਉਹਦੇ ਕੰਮ ਦੀ ਚੀਜ਼ ਨਹੀਂ ਹੈ, ਇਹ ਧਾਰਨਾ ਕਿਸਾਨੀ ਨਾਲ ਜੁੜੀ ਹੋਈ ਹੈ। ਬਿਲਕੁਲ, ਅਸੀਂ ਇਹਦਾ ਇੱਕ ਰੱਖਿਆ ਸਿਸਟਮ ਕਿ ਜਿੱਥੇ ਵੀ ਕਿਸਾਨ ਦੇ ਕਹਿ ਲਓ ਵੀ ਫਸਲ ਉਗਾਉਂਦਾ ਹੈ ਅਸੀਂ ਇਹ ਫਸਲ ਉੱਥੋਂ ਚੁੱਕ ਕੇ ਲਿਆਉਂਦੇ ਹਾਂ, ਭਾਵ ਉਹਦਾ ਟਰਾਂਸਪੋਰਟੇਸ਼ਨ ਦਾ ਖਰਚਾ ਅਸੀਂ ਪ੍ਰੋਵਾਈਡ ਕਰਦੇ ਹਾਂ। ਜੇ ਏਰੀਆ ਦੂਰ ਹੈ ਤਾਂ ਪਬਲਿਕ ਟਰਾਂਸਪੋਰਟ ਦੇ ਥਰੂ ਬੁੱਕ ਕਰਕੇ ਉਸ ਪਬਲਿਕ ਟਰਾਂਸਪੋਰਟ ਦਾ ਖਰਚਾ ਅਸੀਂ ਪ੍ਰੋਵਾਈਡ ਕਰਦੇ ਹਾਂ। ਤਾਂ ਫਸਲ ਸੁੱਟਣ ਦੇ ਵਿੱਚ ਫਸਲ ਚੁੱਕਣ ਦੇ ਵਿੱਚ ਅਸੀਂ ਥੋੜਾ ਜਿਹਾ ਫਰਕ ਅਸੀਂ ਸਟੀਵੇ ਦੇ ਨਾਲ ਅਸੀਂ ਸਮਝਾਉਣਾ ਚਾਹੁੰਦੇ ਫਾਰਮਰ ਨੂੰ, ਕਿਉਂਕਿ ਇਹ ਫਸਲ ਇੰਨੀ ਵਧੀਆ ਹੈ, ਇੰਨੀ ਕੀਮਤੀ ਹੈ ਤੇ ਅਸੀਂ ਫਸਲ ਚੁੱਕ ਕੇ ਲੈਣੇ ਆ, ਤੁਹਾਨੂੰ ਸੁੱਟਣ ਦੀ ਜ਼ਰੂਰਤ ਨਹੀਂ ਪੈਣੀ ਜੀ। ਪਰ ਇੱਕ ਗੱਲ ਸਭ ਤੋਂ ਇੰਪੋਰਟੈਂਟ ਜਿਹੜੀ ਹੈ, ਕਿਉਂਕਿ ਇਸ ਫਸਲ ਨੂੰ ਅਡਾਪਟ ਕਰਨ ਤੋਂ ਪਹਿਲਾਂ ਮੈਂ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦਾ ਵੀ ਇਸ ਫਸਲ ਨੂੰ ਪਹਿਲਾਂ ਸਮਝੋ ਪ੍ਰੋਪਰ ਤਰੀਕੇ ਨਾਲ। ਇਹਦੇ ਜੋ ਕਿਉਂਕਿ ਕਣਕ ਝੋਨੇ ਦੇ ਵਿੱਚ ਜੋ ਪ੍ਰੈਕਟਿਸ ਹੈ ਇਸ ਫਸਲ ਦੇ ਵਿੱਚ ਬਿਲਕੁਲ ਹੀ ਅਪਲਾਈ ਨਹੀਂ ਹੋਣੀ। ਜਿਹੜੇ ਖੇਤੀਬਾੜੀ ਸਬਜ਼ੀਆਂ ਦੀ ਖੇਤੀ ਕਰਦੇ ਹੈ ਉਹ ਇਸ ਫਸਲ ਨੂੰ 1 ਮਿੰਟ ਦੇ ਵਿੱਚ ਸਮਝ ਜਾਂਦੇ ਹਨ ਜੀ, ਕਿਉਂਕਿ ਫਸਲ ਦੇ ਨਾਲ ਅਸੀਂ ਜੁੜ ਕੇ ਰਹਿਣਾ ਪੈਂਦਾ। ਜੇ ਅਸੀਂ ਇਹਦੇ ਚੋਂ ਇੰਨੀ ਕੀਮਤ ਲੈਣੀ ਹੈ, ਇਹਦਾ ਅਸੀਂ ਇੰਨਾ ਫਾਇਦਾ ਲੈਣਾ ਤਾਂ ਸਾਨੂੰ ਫਸਲ ਦੇ ਨਾਲ ਨਾਲ ਉਹਦਾ
ਸੰਭਾਲ ਉਹਦੀ ਉਨੀ ਕਰਨੀ ਪੈਣੀ ਹੈ। ਨਾਰਮਲ ਅਸੀਂ ਦੇਖਿਆ, ਸਾਡਾ ਇਹ ਵੀ ਤਜਰਬਾ ਹੈ, ਕਈ ਕਿਸਾਨ ਹੈ ਵੀ ਕਣਕ ਝੋਨੇ ਵਾਂਗੂ ਇਹਨੂੰ ਲਗਾ ਕੇ ਦੇਖਦੇ ਜੀ ਨਹੀਂ ਜੀ ਅਸੀਂ ਤਾਂ ਕਾਮਯਾਬ ਨਹੀਂ ਹੋਏ, ਇਸ ਕਰਕੇ ਕਿਉਂਕਿ ਕੋਈ ਉਣਤਾਈਆਂ ਹੁੰਦੀਆਂ। ਅਸੀਂ ਫਾਰਮਰ ਨੂੰ ਆਨਲਾਈਨ ਸਪੋਰਟ ਕਰਦੇ ਹਾਂ, ਕੋਈ ਪ੍ਰੋਬਲਮ WhatsApp ਦੇ ਉੱਤੇ ਉਹ ਸਾਨੂੰ ਫੋਟੋ ਪਾ ਦਿੰਦੇ ਆ, ਅਸੀਂ ਉਹਨੂੰ ਇਮੀਡੀਏਟ ਸੋਲੂਸ਼ਨ ਦੱਸ ਦਿੰਦੇ ਹਾਂ, ਤਾਂ ਕਿ ਉਹਦਾ ਕੋਈ ਵੀ ਖਰਚਾ ਆਉਣ ਜਾਣ ਦਾ ਜਾਂ ਸਾਡੇ ਜਿਹੜੇ ਸਪੈਸ਼ਲਿਸਟ ਹੈ ਕਿ ਉੱਥੇ ਜਾ ਕੇ ਉਹਨਾਂ ਤੇ ਕੋਈ ਵੀ ਖਰਚਾ ਨਾ ਹੋਵੇ ਜੀ। ਸੋ ਸਪੋਰਟ ਸਾਡੇ ਵੱਲੋਂ ਪੂਰੀ ਹੈ। ਸਿਰਫ ਇਹ ਵੀ ਕਿਸਾਨਾਂ ਨੂੰ ਸਿਰਫ ਇੱਕੋ ਹੀ ਬੇਨਤੀ ਕਰਦੇ ਹਾਂ ਵੀ ਪਹਿਲਾਂ ਇਸ ਫਸਲ ਨੂੰ ਸਮਝ ਕੇ, ਕਿਉਂਕਿ ਇੱਕ ਕ੍ਰੌਪ ਸਾਈਕਲ 3 ਮਹੀਨੇ ਦੇ ਵਿੱਚ ਇਹ ਸਾਰੀ ਸਮਝ ਆ ਜਾਂਦੀ ਵੀ ਕ੍ਰੌਪ ਕੀ ਸਾਡੇ ਕੋਲ ਡਿਮਾਂਡ ਕਰ ਰਹੀ ਹੈ ਔਰ ਉਹਦਾ ਅਸੀਂ ਵਧੀਆ ਰਿਜ਼ਲਟ ਕਿਸ ਤਰ੍ਹਾਂ ਦੇਣਾ ਜੀ। ਤੇ ਜੇਕਰ ਕੋਈ ਕੰਟੈਕਟ ਨੰਬਰ ਤੁਸੀਂ ਸ਼ੇਅਰ ਕਰਨਾ ਚਾਹੋ ਆਪਣੀ ਟੀਮ ਦਾ ਕਿ ਕਿਸਾਨ ਵੀਰ ਤੁਹਾਡੇ ਨਾਲ ਸੰਪਰਕ ਕਰ ਸਕਣ। ਹਾਂਜੀ, ਤੁਸੀਂ ਸਾਡਾ ਗ੍ਰੀਨ ਵੈਲੀ ਸਟੀਵੀਆ ਸਾਡਾ ਕੰਪਨੀ ਦਾ ਨਾਮ ਹੈ, ਉਹ ਸਾਡੀ ਵੈਬਸਾਈਟ ਹੈ, ਉਹਦੇ ਉੱਤੇ ਸਾਰੇ ਨੰਬਰ ਮੌਜੂਦ ਹਨ ਔਰ ਉਹਦੇ 'ਚ ਜੋ ਸਾਡੇ ਪ੍ਰੋਡਕਟਸ ਵੀ ਉਹਦੇ 'ਚ ਹਨ ਜੋ ਅਸੀਂ ਪ੍ਰੋਡਿਊਸ ਕਰਦੇ ਹਾਂ, ਤੇ ਗ੍ਰੀਨ ਵੈਲੀ ਸਟੀਵੀਆ ਔਰ ਫੋਨ ਨੰਬਰ ਵੀ ਉਹਦੇ 'ਤੇ ਅਵੇਲੇਬਲ ਹਨ, ਕੰਪਨੀ ਦੇ ਨੰਬਰ ਵੀ ਹਨ। ਅਗਰ ਕੋਈ ਕਿਸਾਨ ਮੇਰੇ ਨਾਲ ਜਿਹੜੇ ਉਦਮੀ ਕਿਸਾਨ ਹੈ ਸਿੱਧਾ ਵੀ ਸੰਪਰਕ ਕਰਨਾ ਚਾਹੁੰਦੇ ਹਨ, ਮੇਰੇ ਨਾਲ ਸਿੱਧਾ ਵੀ ਸੰਪਰਕ ਕਰ ਸਕਦੇ ਹਨ। 98 140 60 700 ਮੇਰਾ ਨੰਬਰ ਹੈ, ਤੇ ਬਾਕੀ ਕੰਪਨੀ ਦੇ ਨੰਬਰ ਉਹਦੇ 'ਤੇ ਪ੍ਰੋਵਾਈਡ ਕੀਤੇ ਹੋਏ ਹਨ। ਪਰ ਨਾਰਮਲੀ ਇਹ ਹੁੰਦਾ ਵੀ ਮੈਂ ਕਿਸਾਨਾਂ ਨੂੰ ਇਹੀ ਬੇਨਤੀ ਕਰਦਾ ਵੀ ਫੋਨ ਦੇ ਉੱਤੇ ਅਸੀਂ ਡਿਟੇਲ ਸਮਝਾ ਨਹੀਂ ਸਕਦੇ, ਉਹ ਸਾਡੇ ਕੋਲ ਅਪਾਇੰਟਮੈਂਟ ਲੈ ਕੇ ਫਾਰਮ ਤੇ ਵਿਜ਼ਿਟ ਕਰਨ, ਆਪਣੀ ਅੱਖੀਂ ਦੇਖਣ, ਸਭ ਕੁਝ ਅੱਖੀਂ ਦੇਖ ਕੇ ਉੱਥੇ ਸਮਝਣ, ਉਹਦਾ ਟ੍ਰਾਇਲ ਕਰਨ, ਫਿਰ ਇਸ ਕ੍ਰੌਪ ਨੂੰ ਅਡਾਪਟ ਕਰਨ ਔਰ ਇਹਦੇ 'ਚ ਕਾਮਯਾਬੀ ਹਾਸਲ ਕਰਨ। ਤੇ ਇਹਦਾ ਸਹੀ ਸਮਾਂ ਬਿਜਾਈ ਦਾ ਕਿਹੜਾ ਰਹਿੰਦਾ ਹੈ? ਸਭ ਤੋਂ ਕਮਰਸ਼ੀਅਲੀ ਗਰੋਇੰਗ ਵਾਸਤੇ ਸਭ ਤੋਂ ਬੈਸਟ ਪੀਰੀਅਡ ਜਿਹੜਾ ਹੈ ਉਹ ਫਰਵਰੀ ਹੈ, ਫਰਵਰੀ ਦਾ ਮਹੀਨਾ ਹੈ, ਔਰ ਦੂਸਰਾ ਬਰਸਾਤ ਤੋਂ ਬਾਅਦ ਹੈ, 2 ਮਹੀਨੇ। ਬਾਕੀ ਅਗਰ ਇਸ ਤੋਂ ਇਲਾਵਾ ਕਿਸੇ ਨੇ ਕਣਕ ਝੋਨੇ ਤੋਂ ਬਾਅਦ ਵੀ ਇਹਦੀ ਬਿਜਾਈ ਕਰਨੀ ਹੈ ਤਾਂ ਬਿਜਾਈ ਉਦੋਂ ਵੀ ਕੀਤੀ ਜਾ ਸਕਦੀ ਹੈ। ਇੱਕ ਫਸਲ ਤੋਂ ਬਾਅਦ ਆਟੋਮੈਟਿਕਲੀ ਇਹਦਾ ਕ੍ਰੌਪ ਸਾਈਕਲ ਜਿਹੜਾ ਸੈੱਟ ਹੋ ਜਾਂਦਾ ਜੀ। ਤੇ ਹੋਰ ਕੋਈ ਕਿਸਾਨਾਂ ਦੇ ਵਾਸਤੇ, ਕਿਉਂਕਿ ਜੇਕਰ ਕਿਸਾਨ ਤੁਹਾਡੇ ਕੋਲ ਪਹੁੰਚ ਕਰਦੇ ਨੇ ਤਾਂ ਜਿੰਨੇ ਵੀ ਇਹਦੇ ਬੀਜ ਵਗੈਰਾ ਤੁਸੀਂ ਮੁਹੱਈਆ ਕਰਵਾਉਂਦੇ ਹੋ, ਉਹਦਾ ਕੀ ਪ੍ਰੋਸੈਸ ਰਹਿੰਦਾ ਹੈ? ਅਸੀਂ ਬੀਜ ਅਕੋਰਡਿੰਗ ਟੂ ਜਿੱਦਾਂ ਸਾਡੀ ਡਿਮਾਂਡ ਹੁੰਦੀ ਹੈ ਉਹਦੇ ਮੁਤਾਬਕ ਹੀ ਅਸੀਂ ਪ੍ਰੋਡਿਊਸ ਕਰਦੇ ਹਾਂ ਆਪਣੀ ਨਰਸਰੀ ਦੇ ਵਿੱਚ। ਇਸ ਕਰਕੇ ਅਸੀਂ ਥੋੜਾ ਜਿਹਾ ਵੀ ਐਡਵਾਂਸ, ਮਤਲਬ ਥੋੜਾ ਜਿਹਾ ਸਾਨੂੰ ਦੱਸਣਾ ਜ਼ਰੂਰੀ ਹੁੰਦਾ, 2 ਮਹੀਨੇ 3 ਮਹੀਨੇ ਫਾਰਮਰ ਪਹਿਲਾਂ। ਅਸੀਂ ਇਸੇ ਕਰਕੇ ਟ੍ਰਾਇਲ ਵਾਸਤੇ ਉਹਨਾਂ ਨੂੰ ਦੇ ਦਿੰਦੇ, ਤੁਸੀਂ ਟ੍ਰਾਇਲ ਕਰੋ, ਉਨੀ ਦੇਰ ਤੱਕ ਅਸੀਂ ਤੁਹਾਡੇ ਵਾਸਤੇ ਸੀ, ਕਿਉਂਕਿ ਸੀਡਲਿੰਗ ਦੀ ਪ੍ਰੋਡਿਊਸ ਕਰਕੇ ਤੁਹਾਨੂੰ ਅਸੀਂ ਕੰਟਰੈਕਟ ਵਾਸਤੇ ਦੇਵਾਂਗੇ। ਸੋ ਕਹਿਣ ਤੋਂ ਭਾਵ ਇਹ ਆ ਵੀ ਅਸੀਂ ਇਹ ਕੋਈ ਬਾਈਂਡਿੰਗ ਵੀ ਨਹੀਂ ਹੈ ਕਿ ਸਾਡੇ ਕੋਲੋਂ ਹੀ ਬੀਜ ਖਰੀਦਣਾ ਦਾ ਜ਼ਰੂਰੀ ਹੈ, ਕਿਉਂਕਿ ਸਾਡਾ ਪਲਾਂਟਸ ਸੇਲ ਕਰਨ ਦਾ ਮਕਸਦ ਨਹੀਂ ਹੈ। ਉਹ ਕਿਸੇ ਵੀ ਸਾਧਨ ਤੋਂ ਆਪਣੇ ਪਲਾਂਟਸ ਲੈ ਸਕਦੇ ਹਨ ਔਰ ਸਾਡੇ ਨਾਲ ਜਿੰਨੇ ਖੇਤਾਂ ਦਾ ਹੈ ਸਾਡੇ ਨਾਲ ਉਹ ਪ੍ਰੋਡਿਊਸ ਕਰਕੇ ਸਾਨੂੰ ਸਪਲਾਈ ਕਰ ਸਕਦੇ ਹਨ ਜੀ। ਤੋ ਸਰ ਅਸੀਂ ਉਹ ਉਹਨਾਂ ਨੂੰ ਪੱਲੇ ਪਾਵਾਂਗੇ ਜੀ। ਸਰ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਅਹਿਮ ਵਿਚਾਰਾਂ ਸਾਡੇ ਕਿਸਾਨ ਵੀਰਾਂ ਦੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਔਰ ਉਮੀਦ ਕਰਦੇ ਹਾਂ ਕਿ ਰਲ ਮਿਲ ਕੇ ਏਜੰਡਾ ਸਾਡਾ ਵੀ ਇਹੀ ਹੈ ਕਿ ਪੰਜਾਬ ਦੁਬਾਰਾ ਤੋਂ ਹੱਸਦਾ ਖੇਡਦਾ ਜੋ ਖੁਸ਼ਹਾਲ ਪੰਜਾਬ ਸੀਗਾ, ਕਿਉਂਕਿ ਜੇਕਰ ਪਾਣੀ ਨਹੀਂ ਰਹੇਗਾ ਤਾਂ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੀ ਛੱਡਾਂਗੇ, ਇਹ ਸਭ ਤੋਂ ਵੱਡਾ ਸਵਾਲ ਹੈ। ਇਹਨਾਂ ਰਵਾਇਤੀ ਫਸਲਾਂ ਦੇ ਵਿੱਚੋਂ ਬਾਹਰ ਆ ਕੇ ਇੱਦਾਂ ਦੀਆਂ ਫਸਲਾਂ ਬਾਰੇ ਸੋਚਾਂਗੇ, ਇੱਦਾਂ ਦੀਆਂ ਫਸਲਾਂ ਨੂੰ ਉਗਾਵਾਂਗੇ ਤਾਂ ਹੀ ਸਾਡੇ ਪੰਜਾਬ ਦਾ, ਤਾਂ ਹੀ ਸਾਡੇ ਕਿਸਾਨੀ ਦਾ ਬਚਾਅ ਹੋ ਸਕਦਾ ਹੈ। ਤੁਸੀਂ ਇਹ ਵਿਚਾਰਨਾ ਤੁਸੀਂ ਸਹੀ ਕਿਹਾ ਜੀ 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 ਤੁਸੀਂ ਬਿਲਕੁਲ ਸਹੀ ਕਿਹਾ। ਸਮੇਂ ਦੀ ਜ਼ਰੂਰਤ ਹੈ, ਸਮੇਂ ਦੀ ਮੰਗ ਹੈ ਵੀ ਕਿਸਾਨੀ ਨੂੰ ਸੰਭਾਲਣ ਵਾਸਤੇ ਤੁਹਾਡੇ ਵਰਗੇ ਜੋ ਚੈਨਲ ਹਨ ਉਹਨਾਂ ਦਾ ਇੱਕ ਬਹੁਤ ਹੀ ਅਹਿਮ ਰੋਲ ਹੈ ਕਿ ਲੋਕਾਂ ਤੱਕ ਅਵੇਅਰਨੈਸ ਪਹੁੰਚਾਉਣਾ ਬਹੁਤ ਇੰਪੋਰਟੈਂਟ। ਅੱਜ ਦੇ ਸਮੇਂ 'ਚ ਕਿਸਾਨ ਦੀ ਬਾਂਹ ਫੜਨ ਵਾਲਾ ਕੋਈ ਨਾ ਕੋਈ ਹੋਏਗਾ। ਮਤਲਬ ਮੇਰਾ ਤਾਂ ਇੱਕੋ ਤਜਰਬਾ ਹੈ ਵੀ ਐਗਰੀਕਲਚਰ ਯੂਨੀਵਰਸਿਟੀਜ਼, ਇੰਡਸਟਰੀ ਤੇ ਫਾਰਮਰ, ਜਦ ਤੱਕ ਇਹ ਤਿੰਨਿਆਂ ਦੀ ਕੜੀ ਨਹੀਂ ਬਣਦੀ ਆਪਸ ਦੇ ਵਿੱਚ, ਉਨੀ ਦੇਰ ਤੱਕ ਖੇਤੀਬਾੜੀ 'ਚ ਜਿਹੜਾ ਅਸੀਂ ਉਹ ਡਿਵੈਲਪਮੈਂਟ ਨਹੀਂ ਹੋ ਸਕਦੀ। ਇਹ ਮੇਰਾ ਇੱਕ ਆਪਣਾ ਵਿਚਾਰ ਹੈ। ਇੱਕ ਤੁਹਾਡਾ ਚੈਨਲ ਜਿਹੜਾ ਮੀਡੀਆ ਦਾ ਇੱਕ ਬਹੁਤ ਵੱਡਾ ਰੋਲ ਇਹਦੇ ਵਿੱਚ ਹੈ, ਲੋਕਾਂ ਤੱਕ ਅਵੇਅਰਨੈਸ ਪਹੁੰਚਾਉਣਾ, ਲੋਕਾਂ ਨੂੰ ਸਹੀ ਤਾਂ ਕਿ ਰਾਏ ਮਿਲੇ, ਔਰ ਕਿਉਂਕਿ ਇਹ ਇੱਕ ਐਸਾ ਸਾਧਨ ਹੈ ਜਿਹਦੇ 'ਚ ਕਿਸਾਨ ਨੂੰ ਬਿਲਕੁਲ ਫ੍ਰੀ ਰਾਏ ਮਿਲਦੀ ਹੈ। ਬਿਲਕੁਲ ਸਰ। ਤੇ ਔਰ ਉਹਨੂੰ ਔਰ ਅਸੀਂ ਸਿਰਫ ਕਿਸਾਨ ਨੂੰ ਇਹ ਵੀ ਕੋਈ ਵੀ ਚੀਜ਼ ਕਹਿ ਲਓ ਵੀ ਅੱਗੇ ਜੋ ਉਹਦੀ ਚੀਜ਼ ਹੈ ਫ੍ਰੀ ਨਾ ਜਾਵੇ, ਉਹਦੀ ਆਪਣੀ ਜਿਹੜੀ ਹੈ ਕੋਈ ਵੀ ਜਿੱਦਾਂ ਫਸਲ ਕੋਈ ਐਕਸਟਰਾ ਉਗਾ ਹੋ ਜਾਂਦੀ, ਉਹਨਾਂ ਚੀਜ਼ਾਂ ਦਾ ਸੰਭਾਲ ਵਾਸਤੇ ਇਹ ਚੈਨਲਾਂ ਦਾ ਮੇਰਾ ਖਿਆਲ ਸਭ ਤੋਂ ਵੱਡਾ ਰੋਲ ਹੈ। ਔਰ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਇਹ ਇੱਕ ਬਹੁਤ ਵਧੀਆ ਉਦਮ ਹੈ ਇਸ ਵਾਸਤੇ, ਖੇਤੀ ਨੂੰ ਬਚਾਉਣ ਵਾਸਤੇ, ਖੇਤੀ ਨੂੰ ਅੱਗੇ ਹੋਰ ਲਾਹੇਵੰਦ ਬਣਾਉਣ ਵਾਸਤੇ ਜੀ ਬਹੁਤ ਵੱਡਾ ਰੋਲ ਤੁਸੀਂ ਅਦਾ ਕਰਦੇ ਸਰ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਹ ਵਿਚਾਰਾਂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤੀਆਂ। ਕੋਸ਼ਿਸ਼ ਦੁਬਾਰਾ ਕਰਾਂਗੇ ਤੁਹਾਡੇ ਨਾਲ ਰਾਬਤਾ ਕਾਇਮ ਕਰਨ ਦੀ। ਬਹੁਤ ਬਹੁਤ ਸ਼ੁਕਰੀਆ ਸਰ। ਸਤਿ ਸ਼੍ਰੀ ਅਕਾਲ ਜੀ। ਦਰਸ਼ਕੋ, ਬਿਲਕੁਲ ਪੰਜਾਬੀਅਤ ਦੀ ਅਸੀਂ ਗੱਲ ਕਰਦੇ ਹਾਂ ਔਰ ਇਸ ਵੇਲੇ ਅੱਜ ਅਸੀਂ ਜਿਹੜੀ ਗੱਲਬਾਤ ਕੀਤੀ ਹੈ ਉਹ ਕਿਸਾਨੀ ਦੀ ਕੀਤੀ ਹੈ, ਕਿਉਂਕਿ ਕਿਸਾਨੀ ਸਾਡੀ ਲਗਾਤਾਰ ਘਾਟੇਵੰਦਾ ਸੌਦਾ ਬਣਦੀ ਜਾ ਰਹੀ ਹੈ। ਪਰ ਸਾਨੂੰ ਨਵੇਂ ਉਪਕਰਨ ਪੈਦਾ ਕਰਨੇ ਪੈਣਗੇ, ਨਵੀਆਂ ਫਸਲਾਂ ਦੇ ਵੱਲ ਅੱਗੇ ਵਧਣਾ ਪਵੇਗਾ, ਤਾਂ ਹੀ ਸਾਡਾ ਪਾਣੀ ਬਚੇਗਾ ਔਰ ਤਾਂ ਹੀ ਸਾਡੀ ਜਿਹੜੀ ਕਿਸਾਨੀ ਹੈ, ਕਿਸਾਨੀ ਦਾ ਉਭਾਰ ਹੋ ਸਕੇਗਾ।
ਇਸੇ ਆਸ ਦੇ ਨਾਲ ਕਿ ਪੰਜਾਬ ਦੁਬਾਰਾ ਤੋਂ ਘੁੱਗ ਵਸੇਗਾ, ਖੁਸ਼ਹਾਲ ਵਸੇਗਾ, ਆਸ ਦੇ ਨਾਲ ਦੁਬਾਰਾ ਫਿਰ ਕਿਸੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਂ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਾਂਗੇ। ਤਦ ਤੱਕ ਦੇ ਲਈ ਤੁਸੀਂ ਦੇਖਦੇ ਰਹੋ ਜਸ ਪੰਜਾਬੀ ਟੀਵੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।